CKYE 89.1 ਐਂਡ 93.1 ਰੈਡ FM ਰੋਸ਼ਨੀ ਪ੍ਰੋਗਰਾਮ ਵਿੱਚ ਸ਼ਾਮਲ ਹੋ ਜੀ ਤੁਸੀਂ ਜੈਸਮਿਨ ਦੇ ਨਾਲ। ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਰੋਸ਼ਨੀ ਪ੍ਰੋਗਰਾਮ ਵਿੱਚ। ਬੁੱਧਵਾਰ ਦਾ ਦਿਨ ਹੈ ਤੇ ਅਕਤੂਬਰ ਦੀ 7 ਤਾਰੀਖ ਤੇ ਮੈਂ ਹਾਜ਼ਰ ਹਾਂ ਤੁਹਾਡੇ ਲਈ ਅੱਜ ਦਾ ਇੰਟਰਸਟਿੰਗ ਜਿਹਾ ਵਿਸ਼ਾ ਲੈ ਕੇ। ਇੰਟਰਸਟਿੰਗ ਵੀ ਤੇ ਕੁਝ ਵੱਖਰਾ ਵੀ। ਇੰਟਰਸਟਿੰਗ ਤਾਂ ਸਾਡੇ ਵਿਸ਼ੇ ਵੈਸੇ ਹਮੇਸ਼ਾ ਹੀ ਹੁੰਦੇ ਨੇ, ਪਰ ਅੱਜ ਦਾ ਵਿਸ਼ਾ ਜਿਹੜਾ ਹੈ ਥੋੜ੍ਹਾ ਜਿਹਾ ਵੱਖਰਾ ਹੈ। ਵੱਖਰਾ ਇਸ ਲਈ ਹੈ ਕਿ ਅੱਜ ਰੋਸ਼ਨੀ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਨੀ ਹੈ ਪੈਟਸ ਦੀ। ਜੀ ਹਾਂ, ਸਾਡੇ ਪੈਟਸ ਜਿਹੜਾ ਕਿਹਾ ਜਾਂਦਾ ਨਾ ਕਿ ਐਨੀਮਲ ਅਤੇ ਹਿਊਮਨ ਦਾ ਜਿਹੜਾ ਰਿਲੇਸ਼ਨ ਹੈ, ਇਹਨਾਂ ਦਾ ਜਿਹੜਾ ਬੌਂਡ ਹੈ ਉਹ ਬਹੁਤ ਵਧੀਆ ਹੁੰਦਾ ਹੈ। ਔਰ ਅਸੀਂ ਜਿਹੜੇ ਕਲਚਰ 'ਚ ਰਹਿੰਦੇ ਹਾਂ ਉਹਨੂੰ ਵੀ ਪੈਟ ਲਵਿੰਗ ਕਲਚਰ ਕਿਹਾ ਜਾਂਦਾ। ਹਿਊਮਨ ਐਨੀਮਲ ਇੰਟਰੈਕਸ਼ਨ, ਹਿਊਮਨ ਐਨੀਮਲ ਬੌਂਡਿੰਗ ਅਤੇ ਇਹਦੇ ਵਿੱਚ ਕੀ ਪ੍ਰੋਬਲਮਸ ਜਿਹੜੀਆਂ ਨੇ ਅੱਜ ਆ ਰਹੀਆਂ ਨੇ, ਅੱਜ ਅਸੀਂ ਉਹਦੇ ਬਾਰੇ ਗੱਲ ਕਰਾਂਗੇ। ਅੱਛਾ, ਜਿਹੜੇ ਲੋਕ ਪੈਟਸ ਨੂੰ ਪਿਆਰ ਕਰਦੇ ਨੇ ਉਹਨਾਂ ਦਾ ਇਹ ਕਹਿਣਾ, ਕਹਿੰਦੇ ਇਸ ਤੋਂ ਵੱਡੀ ਨਾ ਕੋਈ ਚੀਜ਼, ਚੰਗੀ ਚੀਜ਼ ਹੋ ਨਹੀਂ ਸਕਦੀ। ਜਦੋਂ ਤੁਸੀਂ ਪਹਿਲੀ ਵਾਰ ਪੈਟ ਨੂੰ ਘਰ ਲੈ ਕੇ ਆਉਂਦੇ ਹੋ, ਜਿਹੜੀ ਫੀਲਿੰਗ ਤੁਹਾਨੂੰ ਆਉਂਦੀ ਹੈ, ਜਿਹੜਾ ਇਮੋਸ਼ਨਲ ਬੌਂਡ ਤੁਹਾਡਾ ਬਣਦਾ, ਉਹ ਬਹੁਤ ਹੀ ਵਧੀਆ ਹੁੰਦਾ। ਕਿਉਂਕਿ ਪੈਟਸ ਜਿਹੜੇ ਨੇ ਉਹ ਤੁਹਾਨੂੰ ਹਮੇਸ਼ਾ ਬੜਾ ਅਨਕੰਡੀਸ਼ਨਲ ਲਵ ਦਿੰਦੇ ਨੇ, ਬਿਨਾਂ ਕਿਸੇ ਗਰਜ ਤੋਂ, ਬਿਨਾਂ ਕਿਸੇ ਵੈਰ ਵਿਰੋਧ ਤੋਂ। ਜਿਹੜਾ ਪੈਟ ਹੈ ਨਾ ਉਹ ਤੁਹਾਡੇ ਨਾਲ ਅਟੈਚ ਹੋ ਜਾਂਦਾ। ਇੱਕ ਹੋਰ ਮੈਂ ਤੁਹਾਨੂੰ ਦੱਸਾਂ ਕਿ ਮੈਂ ਇੱਕ ਰਿਸਰਚ ਪੜ੍ਹ ਰਹੀ ਸੀ, ਉਹਦੇ 'ਚ ਸੀ ਕਿ ਸਟਰੈਸ ਬੜਾ ਘਟਦਾ ਜੇ ਤੁਸੀਂ ਪੈਟ ਦੇ ਨਾਲ ਸਮਾਂ ਬਤੀਤ ਕਰਦੇ ਹੋ। ਜਿਹੜੀ ਤੁਹਾਡੀ ਦਿਲ ਦੀ ਹੈਲਥ ਹੈ ਉਹ ਇੰਪਰੂਵ ਹੁੰਦੀ ਹੈ। ਔਰ US ਕੈਨੇਡਾ ਦੇ ਵਿੱਚ ਕਹਿੰਦੇ 68% ਜਿਹੜੇ ਘਰ ਨੇ, ਇੱਕ ਐਸਟੀਮੇਟ ਹੈ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਪੈਟ ਹੈ। ਔਰ ਪੈਟਸ ਦੇ ਉੱਤੇ, ਪੈਟਸ ਦੇ ਨਾਲ ਇਨਸਾਨ ਦੇ ਰਿਲੇਸ਼ਨ ਦੇ ਬਾਰੇ 'ਚ ਬਹੁਤ ਸਾਰੀ ਰਿਸਰਚ ਹੋਈ ਹੈ। ਪਰ ਹਾਲ ਹੀ ਵਿੱਚ ਇੱਕ ਪ੍ਰੋਬਲਮ ਨੇ ਮੈਨੂੰ ਅੱਜ ਦਾ ਇਹ ਵਿਸ਼ਾ ਚੁਣਨ ਲਈ ਮਜਬੂਰ ਕਰ ਦਿੱਤਾ। ਪ੍ਰੋਬਲਮ ਕੀ ਸੀ? ਕਿਸੇ ਨੇ ਪੈਟ ਜਿਹੜੇ ਸੀ ਉਹ ਪੈਟ ਲੱਭ ਰਹੇ ਸੀ ਐਕਚੁਅਲੀ, ਅਤੇ ਉਹਨਾਂ ਨੇ ਬਹੁਤ ਸਾਰੀਆਂ ਈਮੇਲਸ ਕੀਤੀਆਂ ਅਤੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰਕੇ ਦੱਸਿਆ ਕਿ ਬਹੁਤ ਸਾਰੇ ਸਕੈਮਸ ਹੋ ਰਹੇ ਨੇ ਡੌਗ ਖਰੀਦਣ ਦੇ ਨਾਮ ਦੇ ਉੱਤੇ, ਪੈਟ ਖਰੀਦਣ ਦੇ ਨਾਮ 'ਤੇ। ਸੋ ਮੈਂ ਕੀ ਕੀਤਾ, ਮੈਂ ਵੀ ਖੁਦ ਈਮੇਲਸ ਕੀਤੀਆਂ, ਇਸ ਵਿਸ਼ੇ 'ਤੇ ਬਹੁਤ ਸਾਰੀ ਰਿਸਰਚ ਕੀਤੀ। ਔਰ ਤੁਸੀਂ ਯਕੀਨ ਮੰਨਿਓ ਕਿ ਮੈਂ 15-20 ਈਮੇਲਸ ਕੀਤੀਆਂ ਗੂਗਲ ਦੇ ਉੱਤੇ ਜਾ ਕੇ, ਇੱਕ ਵੈਬਸਾਈਟ ਦੇ ਉੱਤੇ ਜਾ ਕੇ। ਉੱਥੇ ਡੌਗ ਸੀਗੇ ਕਿ ਡਿਫਰੈਂਟ ਬਰੀਡਸ ਦੇ ਡੌਗ ਸੀ, ਉਹਨਾਂ ਨੂੰ ਈਮੇਲ ਕੀਤੀਆਂ ਅਤੇ ਉਹਨਾਂ ਸਾਰਿਆਂ ਦੇ ਮੈਨੂੰ ਵਾਪਸ ਰਿਪਲਾਈ ਆਏ। ਰਿਪਲਾਈ ਪੜ੍ਹ ਕੇ ਮੈਨੂੰ ਡਰ ਵੀ ਲੱਗਿਆ ਅਤੇ ਮੇਰਾ ਹਾਸਾ ਵੀ ਨਿਕਲ ਗਿਆ। ਰਿਪਲਾਈ ਦੇ ਵਿੱਚ ਉਹਨਾਂ ਨੇ ਪੁੱਛਿਆ ਹੋਇਆ ਸੀ, ਕਿਉਂਕਿ ਮੈਂ ਈਮੇਲ ਦੇ ਵਿੱਚ ਲਿਖਿਆ ਸੀ ਕਿ ਮੈਨੂੰ ਪੈਟ ਚਾਹੀਦਾ ਇਸ ਬਰੀਡ ਦਾ, ਤੁਹਾਡੇ ਕੋਲ ਅਵੇਲੇਬਲ ਹੈਗਾ, ਕਿਉਂਕਿ ਤੁਸੀਂ ਪਿਕਚਰਸ ਪਾਈਆਂ ਨੇ। ਲੇਕਿਨ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਹਾਂਜੀ ਸਾਡੇ ਕੋਲ ਪੈਟ ਹੈਗਾ, ਤੁਸੀਂ ਮੈਰਿਡ ਹੋ, ਤੇਰੇ ਕਿੰਨੇ ਬੱਚੇ ਨੇ, ਤੂੰ ਕਿੱਥੇ ਕੰਮ ਕਰਦੀ ਹੈ, ਤੇਰੇ ਘਰ ਦੇ ਵਿੱਚ ਕੌਣ ਹੈ, ਤੂੰ ਅਪਾਰਟਮੈਂਟ 'ਚ ਰਹਿੰਦੀ ਹੈ ਕਿ ਘਰ ਦੇ ਵਿੱਚ ਰਹਿੰਦੀ ਹੈ। ਕਿਉਂਕਿ ਕਹਿੰਦੇ ਅਸੀਂ ਆਪਣਾ ਪੈਟ ਉਸ ਘਰ 'ਚ ਦੇਣਾ ਚਾਹੁੰਦੇ ਹਾਂ ਜਿੱਥੇ ਉਹਦੀ ਟੇਕ ਕੇਅਰ ਹੋਵੇ। ਮੈਂ ਕਿਹਾ ਚਲੋ ਠੀਕ ਹੈ। ਮੈਂ ਕੁਝ ਕੁ ਸਵਾਲਾਂ ਦਾ ਜਵਾਬ ਜਿਹੜਾ ਸੀ ਈਮੇਲ ਨੂੰ ਅੱਗੇ ਵਧਾਉਣ ਲਈ ਦਿੱਤਾ। 4-5 ਸਵਾਲਾਂ ਦਾ ਮੈਂ ਜਵਾਬ ਦਿੱਤਾ ਕਿ ਹਾਂ ਮੈਂ ਮੈਰਿਡ ਹਾਂ, ਮੇਰੇ ਬੱਚੇ ਨੇ, ਮੈਂ ਪੈਟ ਦੀ ਟੇਕ ਕੇਅਰ ਕਰ ਸਕਦੀ ਹਾਂ, ਮੈਨੂੰ ਆਪਣੇ ਬੱਚਿਆਂ ਲਈ ਪੈਟ ਚਾਹੀਦਾ। ਸੋ ਫਿਰ ਮੈਨੂੰ ਰਿਪਲਾਈ ਆਇਆ ਕਿ ਤੇਰੀ ਸੈਲਰੀ ਕਿੰਨੀ ਹੈ, ਤੇਰੀ ਮੰਥਲੀ ਇਨਕਮ ਕਿੰਨੀ ਹੈ, ਤੇਰੀ ਐਨੂਅਲ ਇਨਕਮ ਕਿੰਨੀ ਹੈ, ਤੂੰ ਮੈਨੂੰ $500 ਡਿਪੋਜ਼ਿਟ ਕਰ ਦੇ ਤਾਂ ਮੈਂ ਤੈਨੂੰ ਪੈਟ ਜਿਹੜਾ ਹੈ ਉਹ ਡਿਲੀਵਰ ਕਰ ਸਕਦਾ। ਕਈਆਂ ਨੇ ਮੈਨੂੰ ਇਹ ਆਫਰ ਕੀਤਾ, ਕਹਿੰਦੇ ਅਸੀਂ ਓਨਟਾਰੀਓ ਦੇ ਵਿੱਚ ਰਹਿੰਦੇ ਹਾਂ ਜਾਂ ਕਿਊਬੈਕ ਦੇ ਵਿੱਚ ਰਹਿੰਦੇ ਹਾਂ, ਅਸੀਂ ਜਹਾਜ਼ ਦੀ ਟਿਕਟ ਵੀ ਲਗਾਵਾਂਗੇ, ਪੈਟ ਵੀ ਤੈਨੂੰ ਫ੍ਰੀ ਦੇਵਾਂਗੇ, ਪਰ ਤੂੰ ਸਿਰਫ ਉਹਦੀ ਟੇਕ ਕੇਅਰ ਕਰਨੀ ਹੈ। ਸੋ ਜਦੋਂ ਮੈਂ ਫਿਰ ਆਪਣੇ ਸਟਾਫ ਦੇ ਨਾਲ ਵੀ ਇਸ ਵਿਸ਼ੇ 'ਤੇ ਗੱਲਬਾਤ ਕੀਤੀ, ਹੋਰਾਂ ਨਾਲ ਵੀ ਗੱਲਬਾਤ ਕੀਤੀ, ਤਾਂ ਪਤਾ ਚੱਲਿਆ ਕਿ ਇਹ ਜਿਹੜਾ ਸਕੈਮ ਹੈ ਵਾਕਈ ਬੜੇ ਵੱਡੇ ਪੱਧਰ 'ਤੇ ਚੱਲ ਰਿਹਾ। ਸੋ ਅੱਜ ਖਾਸ ਤੌਰ 'ਤੇ ਅਸੀਂ ਰੋਸ਼ਨੀ ਪ੍ਰੋਗਰਾਮ ਦੇ ਵਿੱਚ ਪਰਮ ਤੱਖੜ ਹੋਰਾਂ ਨੂੰ ਇਨਵਾਈਟ ਕੀਤਾ, ਜਿਹੜੇ ਚੀਫ ਆਪਰੇਸ਼ਨਸ ਆਫਿਸਰ ਨੇ BCSPCA ਤੋਂ। ਪਰਮ, ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਪਰਮ, ਤੁਸੀਂ ਸੁਣ ਲਿਆ ਹੋਵੇਗਾ ਮੇਰੀ ਕਹਾਣੀ ਜਿਹੜੀ ਮੈਂ ਸ਼ੇਅਰ ਕੀਤੀ ਹੈ, ਇਹ ਰੀਅਲ ਦੇ ਵਿੱਚ ਹੋਇਆ ਕਿ ਇਸ ਤਰੀਕੇ ਦੇ ਨਾਲ ਮੈਨੂੰ ਈਮੇਲਸ ਆਈਆਂ। ਆਪਾਂ ਇਸ ਸਪੈਮ ਬਾਰੇ ਅੱਗੇ ਚੱਲ ਕੇ ਗੱਲ ਕਰਾਂਗੇ, ਪਰ ਪਹਿਲਾਂ ਮੈਂ ਚਾਹਾਂਗੀ ਕਿ ਸਾਡੇ ਲਿਸਨਰਸ ਨੂੰ ਥੋੜ੍ਹਾ ਜਿਹਾ ਤੁਸੀਂ ਆਪਣੀ ਇੰਟਰੋਡਕਸ਼ਨ ਦਿਓ। ਮੈਂ ਹੈਗਾ ਚੀਫ ਆਪਰੇਸ਼ਨ ਆਫਿਸਰ ਹੈ BCSPC ਜੀ। ਤੇ ਹੋ ਗਏ 15 ਸਾਲ ਹੋ ਗਏ ਕੰਮ ਕਰਦੇ ਨੂੰ। ਓਕੇ। ਤੇ ਸ਼ੁਰੂ ਪਹਿਲਾਂ ਕੀਤਾ ਸੀਗਾ ਮੈਨੇਜਰ ਦੇ ਵੈਨਕੂਵਰ ਲੋਕੇਸ਼ਨ 'ਚ ਕੀਤਾ ਸੀਗਾ ਸ਼ੁਰੂ ਕੰਮ। ਫਿਰ ਕਾਫੀ ਸਾਲ ਬਾਅਦ ਮੈਂ ਹੋਰ ਪੋਜੀਸ਼ਨ ਲਈਆਂ ਸੀਗੀਆਂ, ਹੁਣ ਮੈਂ ਚੀਫ ਆਪਰੇਸ਼ਨ ਅਫਸਰ ਬਣ ਗਿਆ। ਕਿਵੇਂ ਸਾਡੇ ਕੋਲ 36 ਲੋਕੇਸ਼ਨ ਆਇਆ ਸ਼ੈਲਟਰਸ ਸਾਰੇ BC 'ਚ, ਉਸ 36 ਸ਼ੈਲਟਰ ਮੈਂ ਸਮਝਦਾ ਹਾਂ, ਸਾਰੇ ਮੇਰੀ ਜ਼ਿੰਮੇਵਾਰੀ ਹੈ ਸਮਝਣ ਦੀ। ਜਿਹੜੇ ਆਉਂਦੇ ਆ ਨਾ ਜਾਨਵਰ, ਫਿਰ ਉਹਨਾਂ ਦੀ ਮੈਂ ਦੇਖਦਾ, ਖਿਆਲ ਰੱਖਦਾ, ਨਵੇਂ ਘਰ ਲੱਭਦਾ, ਸਾਡਾ ਜ਼ਿੰਮੇਵਾਰੀ ਮੇਰੇ ਸਿਰ 'ਤੇ ਆਉਂਦੀ ਹੈ। ਅੱਛਾ ਪਰਮ, ਮੈਂ ਆਪਣੇ ਲਿਸਨਰਸ ਨੂੰ ਇੱਕ ਗੱਲ ਹੋਰ ਇੱਥੇ ਦੱਸ ਦਿਆਂ ਕਿ ਜੇ ਤੁਸੀਂ ਪੈਟ ਹੈ ਤੁਹਾਡੇ ਘਰ ਦੇ ਵਿੱਚ, ਕੋਈ ਸਵਾਲ ਹੈ ਤੁਹਾਡਾ, ਜਾਂ ਤੁਸੀਂ ਪੈਟ ਅਡੋਪਟ ਕਰਨਾ ਚਾਹੁੰਦੇ ਹੋ, ਜਾਂ ਇਸੇ ਸਕੈਮ ਦੇ ਬਾਰੇ 'ਚ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਪਰਮ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ ਹੋਏਗਾ 604 591 9311 ਅਤੇ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹੋ, ਆਪਣੇ ਸਵਾਲ ਪੁੱਛ ਸਕਦੇ ਹੋ।
ਅੱਛਾ ਪਰਮ, ਇਹ ਜਿਹੜੀ ਮੈਂ ਗੱਲ ਕੀਤੀ ਹੈ ਕਿ ਇਹ ਸਪੈਮ, ਫਿਰ ਜਦੋਂ ਮੈਂ ਇਹਦੀ ਥੋੜੀ ਹੋਰ ਰਿਸਰਚ ਕੀਤੀ ਤਾਂ ਮੈਨੂੰ ਪਤਾ ਚੱਲਿਆ ਕਿ ਪੈਂਡੈਮਿਕ ਦੇ ਦੌਰਾਨ ਖਾਸ ਤੌਰ ਤੇ ਜਿਹੜਾ ਪੱਪੀ ਸਕੈਮ ਹੈ ਨਾ, ਇਹ ਬਹੁਤ ਜ਼ਿਆਦਾ ਹੋਇਆ। ਬੈਟਰ ਬਿਜ਼ਨਸ ਬਿਊਰੋ ਦੀ ਇੱਕ ਰਿਪੋਰਟ ਸੀ ਜਿਹੜੀ ਮੈਂ ਪੜ੍ਹੀ ਕਿ ਬਹੁਤ ਜ਼ਿਆਦਾ ਸਕੈਮ ਇਹ ਚੱਲ ਰਿਹਾ ਔਰ ਕੈਨੇਡੀਅਨਸ ਨੇ $3 ਲੱਖ ਇਸ ਸਾਲ, ਕਹਿੰਦੇ ਪਿਛਲੇ ਸਾਲ 15 ਲੱਖ 1,50,000 ਸੀ, ਇਸ ਸਾਲ 3 ਲੱਖ ਸਪੈਮ ਦੇ ਵਿੱਚ ਗਵਾਏ ਨੇ। ਸੋ ਤੁਹਾਨੂੰ ਨੌਲੇਜ ਹੈ ਇਸ ਐਸੋਸੀਏਸ਼ਨ ਨੂੰ ਕਿ ਇਹ ਸਪੈਮ ਹੋ ਰਿਹਾ? ਨਹੀਂ ਹੈਗੀ ਮੈਨੂੰ ਜੀ। ਕਾਫੀ ਲੋਕੀ ਕਾਫੀ ਫਸਦੇ ਆ ਇਸ ਤਰ੍ਹਾਂ ਵੀ। ਇਹ ਅੱਜ ਕੱਲ ਤੁਹਾਨੂੰ ਪਤਾ ਹੀ ਆ, ਥੋੜੇ ਕੰਮ ਥੋੜੇ ਡਿਫਰੈਂਟ ਹੋ ਗਏ, ਚੇਂਜ ਹੋ ਗਿਆ ਸਾਰਾ, ਆਨਲਾਈਨ ਚੱਲਦਾ ਕੰਮ। ਜੀ। ਤੇ ਉਹ ਆਨਲਾਈਨ ਕਰਕੇ ਕਿਸ ਨੂੰ ਦੇਖਣ ਪਤਾ ਨਹੀਂ ਲੱਗਦਾ ਜੇ ਅਸਲੀ ਹੈ ਜਾਂ ਨਹੀਂ ਅਸਲੀ ਨਾ, ਕੋਈ ਲੋਕੀ ਏਦਾਂ ਫਸ ਜਾਂਦੇ ਆ। ਜੀ। ਤਾਂ ਕਿ ਥੋੜਾ ਡਰ ਰੱਖਣਾ ਚਾਹੀਦਾ, ਜੇ ਤੁਹਾਨੂੰ ਕੋਈ ਕਹਿੰਦਾ ਨਾ, ਕੋਈ ਪੁੱਛਦਾ, ਥੋੜਾ ਖਿਆਲ ਰੱਖਿਓ। ਜੇ ਕੋਈ ਇਨਫੋਰਮੇਸ਼ਨ ਦੇਤੀ ਹੈ ਨਾ, ਫਿਰ ਤੁਸੀਂ ਫਸ ਜਾਣਾ। ਯੈਸ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਪਰਮ ਆਪਣੇ ਪੈਸੇ ਗਵਾਏ ਆ ਇਹਦੇ ਵਿੱਚ। ਬਹੁਤ, ਸਾਡੇ ਕੋਲ ਕਾਫੀ ਕੰਪਲੇਂਟਾਂ ਹੋਈਆਂ ਜੀ। ਲੋਕਾਂ ਨੇ ਤੁਸੀਂ ਕੁਝ ਕਰੋ ਨਾ, ਅਸੀਂ ਕੁਝ ਕਰ ਨਹੀਂ ਸਕਦੇ ਨਾ, ਅਸੀਂ ਲੀਗਲ ਏਜੰਸੀ ਹੈ ਨਹੀਂ ਕਿ ਕੁਝ ਕਰਨ, ਪਰ ਸਾਨੂੰ ਆਉਂਦੇ ਕੰਪਲੇਂਟ ਦਾ। ਜੀ। ਪਰ ਲੋਕੀ ਮੰਗਦੇ ਆ, ਸਾਨੂੰ ਵੀ ਬਹੁਤ ਆਉਂਦੇ, ਸਾਡੇ ਕੋਲ ਪੁੱਛਦੇ ਆ, ਸਾਡੇ ਕੋਲ ਹੈਗੇ ਕੁੱਤੇ ਬਿੱਲੀਆਂ ਹੈਗੀਆਂ ਸਾਡੇ ਕੋਲ, ਜਿਹਨਾਂ ਲੋਕ ਮੰਗਦੇ ਉਹਨਾਂ ਸਾਡੇ ਕੋਲ ਹੈ ਨਹੀਂ ਕਰਨਾ ਨਾ। ਅੱਛਾ। ਹਿਸਾਬ ਨਾਲ ਨਾ, ਫਿਰ ਲੋਕੀ ਹੋਰ ਪਾਸੇ ਦੇਖਦੇ ਆ। ਅੱਛਾ, ਤੇ ਪਰਮ ਇਹ ਜਿਹੜਾ ਆਪਣਾ COVID-19 ਪੈਂਡੈਮਿਕ ਚੱਲ ਰਿਹਾ, ਇਹਦੇ ਦੌਰਾਨ ਕਹਿੰਦੇ ਮੰਗ ਬਹੁਤ ਵੱਧ ਗਈ ਹੈ। ਤੁਹਾਨੂੰ ਵੀ ਅਹਿਸਾਸ ਹੈਗਾ ਕਿ ਇਹ ਬਹੁਤ ਵੱਧ ਗਈ ਹੈ ਜਿਹੜੀ ਡਿਮਾਂਡ ਹੈ ਲੋਕਾਂ ਦੀ ਪੈਟਸ ਨੂੰ ਅਡਾਪਟ ਕਰਨ ਦੀ? ਕਾਫੀ ਵਧੀਆ। ਸਾਨੂੰ ਆਉਂਦੀ ਸੀਗੀ ਤਕਰੀਬਨ 4-5 ਐਪਲੀਕੇਸ਼ਨ ਹੁੰਦੀ ਸੀਗੀ ਜਿਹੜੀ ਨਾ ਜੀ, ਹੁਣ ਤਕਰੀਬਨ 30-40 ਆਉਂਦੀਆਂ ਐਪਲੀਕੇਸ਼ਨ ਨਾ। ਸਾਨੂੰ ਕਾਫੀ ਵੱਧ ਗਿਆ ਕੰਮ ਨਾ ਸਾਰਾ, ਹੈਗਾ ਵੀ ਆਨਲਾਈਨ ਚੱਲਦਾ, ਹੁਣ ਥੋੜਾ ਸੌਖਾ ਹੋ ਗਿਆ ਆਨਲਾਈਨ ਥੋੜੀ ਐਪਲੀਕੇਸ਼ਨ ਬਣਦਾ ਜੀ। ਪਰ ਡਿਮਾਂਡ ਜ਼ਿਆਦਾ ਆ ਅੱਜ ਕੱਲ, ਬਿਕਾਜ਼ ਲੋਕੀ ਤੋਂ ਘਰ ਹੈਗੇ ਆ ਨਾ, ਘਰ ਕੰਮ ਵੀ ਘਰੇ ਕਰਦੇ ਆ, ਨਿਆਣੇ ਵੀ ਘਰੇ ਆ ਨਾ, ਫਿਰ ਥੋੜਾ ਟਾਈਮ ਹੈਗਾ ਰੱਖਣ ਨੂੰ ਨਾ। ਜੀ, ਮੈਂ ਵੀ ਇਹੀ ਮਹਿਸੂਸ ਕੀਤਾ ਸੀ ਕਿ ਜਿਨ੍ਹਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਉਹਨਾਂ ਵੀ ਸਾਰਿਆਂ ਦਾ ਇਹੀ ਕਹਿਣਾ ਸੀ ਕਿ ਹੁਣ ਕੋਵਿਡ ਕਰਕੇ ਟਾਈਮ ਬਹੁਤ ਹੈ, ਅਸੀਂ ਘਰ ਰਹਿੰਦੇ ਆ, ਬੱਚੇ ਵੀ ਘਰ ਨੇ, ਸੋ ਇਸ ਕਰਕੇ ਅਸੀਂ ਸੋਚਿਆ ਕਿ ਪੈਟ ਜਿਹੜਾ ਹੈ ਉਹ ਲੈ ਲਈਏ। ਅੱਛਾ, ਪੈਟ ਨੂੰ ਖਰੀਦਣਾ ਤੇ ਪੈਟ ਨੂੰ ਅਡਾਪਟ ਕਰਨਾ, ਇਹਦੇ ਵਿੱਚ ਤੁਸੀਂ ਸਾਡੇ ਲਿਸਨਰਸ ਨੂੰ ਸਮਝਾ ਸਕਦੇ ਹੋ ਕਿ ਕੀ ਫਰਕ ਹੈ? ਅਡਾਪਟ ਤੁਸੀਂ ਕਰਦੇ, ਦੂਸਰੇ ਆਪਣੇ ਹੁੰਦੇ ਰੈਸਕਿਊ ਜਾਂ SPCA ਹੁੰਦੇ, ਉਹ ਅਡਾਪਸ਼ਨ ਕਰਾਉਂਦੇ ਜ਼ਿਆਦਾ। ਅੱਛਾ। ਜਿਹੜੇ ਬਰੀਡਰ ਹੁੰਦੇ ਉਹ ਵੇਚਦੇ ਆ, ਉਹ ਸੈਲ ਕਰਦੇ ਆ। ਸੋ ਇੰਨਾ ਫਰਕ ਇਹਦਾ ਹੈਗਾ, ਤਾਂ ਚੀਜ਼ ਸੇਮ ਹੀ ਆ, ਪਰ ਪ੍ਰਾਈਸ ਦਾ ਕਾਫੀ ਫਰਕ ਆ। ਪ੍ਰਾਈਸ ਦਾ ਬਹੁਤ ਫਰਕ ਹੈ ਪਰਮ। ਜਦੋਂ ਮੈਂ ਇਹ ਇੱਕ ਜਿਹੜਾ ਉਪਰਾਲਾ ਕੀਤਾ ਕਿ ਮੈਂ ਖੁਦ ਰਿਸਰਚ ਕੀਤੀ ਕਿ ਮੈਂ ਇਸ ਟੌਪਿਕ ਨੂੰ ਲਿਆਉਣ ਤੋਂ ਪਹਿਲਾਂ, ਤੁਹਾਡੇ ਨਾਲ ਕੰਟੈਕਟ ਕਰਨ ਤੋਂ ਪਹਿਲਾਂ ਇਹ ਦੇਖਾਂ ਕਿ ਵਾਕਈ ਇਹ ਸਪੈਮ ਕਿਸ ਤਰ੍ਹਾਂ ਦਾ ਹੈ, ਜਦੋਂ ਮੈਂ ਇੰਨੀਆਂ ਈਮੇਲ ਕੀਤੀਆਂ ਤਾਂ ਤੁਸੀਂ ਯਕੀਨ ਮੰਨਿਓ ਕਿ ਜਿਹੜੀ ਡੌਗਸ ਦੀ ਪ੍ਰਾਈਸ ਸੀਗੀ ਉਹ 8-8 ਹਜ਼ਾਰ 10-10 ਹਜ਼ਾਰ ਇੱਕ ਜਿਹੜਾ ਡੌਗ ਸੀ, ਇੱਕ ਪੱਪੀ ਸੀ, ਉਹਦੀ ਪ੍ਰਾਈਸ ਸੀਗੀ। ਕਾਫੀ ਹੁੰਦਾ ਨਾ, ਮਹਿੰਗਾ ਪੈ ਜਾਂਦਾ ਕੰਮ ਜੀ। ਸਾਡੇ ਕੋਲ ਜੇ ਪੱਪੀ ਆਉਂਦਾ ਉਹਦੇ ਤਾਂ ਘੱਟੀ ਪੱਪੀ ਆਉਂਦੇ ਆ, ਪਰ ਜਦੋਂ ਆਉਂਦੇ ਪੱਪੀ ਨਾ $600-700 ਦੇ ਅਡਾਪਟ ਕਰਦੇ ਆ। ਹਾਂ, ਪਰ ਲੋਕਾਂ ਨੂੰ ਫਿਰ ਇਹ ਵੀ ਹੁੰਦਾ ਹੈ ਪਰਮ ਕਿਤੇ ਨਾ ਕਿਤੇ ਕਿ ਅਸੀਂ ਪੱਪੀ ਲਈਏ, ਪਰ ਕਿਉਂਕਿ ਜਿਹੜੇ ਤੁਹਾਡੇ ਕੋਲ ਸ਼ਾਇਦ ਡੌਗਸ ਆਉਂਦੇ ਨੇ ਉਹ ਡੌਗਸ ਥੋੜੀ ਵੱਡੀ ਉਮਰ ਦੇ ਹੁੰਦੇ ਨੇ। ਹਾਂਜੀ, ਵੱਡੇ ਹੁੰਦੇ ਸੋਚੇ ਨਾ, ਪੱਪੀ ਘੱਟੇ ਹੁੰਦੇ ਆ, ਜ਼ਿਆਦਾ ਵੱਡੇ ਹੁੰਦੇ ਨਾ ਜੀ, 4-5 ਸਾਲ ਦੇ ਹੁੰਦੇ ਨਾ। ਅੱਛਾ, ਕੀ ਰੀਜ਼ਨ ਹੁੰਦਾ ਕਿ ਤੁਹਾਡੇ ਕੋਲ ਲੋਕ ਛੱਡ ਕੇ ਜਾਂਦੇ ਆ ਉਹਨਾਂ ਪੱਪੀਜ਼ ਨੂੰ, ਉਹ ਜਿਹੜੇ ਡੌਗਸ ਆ? ਕੀ ਸਾਂਭ ਨਹੀਂ ਹੁੰਦਾ, ਕਿ ਨਾ ਕੀ ਜ਼ਿਆਦਾ ਹੁੰਦੇ ਸਾਂਭਣ ਨੂੰ, ਜਾਂ ਕਈਆਂ ਦੇ ਬਿਮਾਰੀ ਹੁੰਦੀ ਆ, ਫਿਰ ਅਸੀਂ ਠੀਕ ਕਰਦੇ ਉਹਨੂੰ, ਇਲਾਜ ਕਰਦੇ ਆ, ਫਿਰ ਮੁੜ ਕੇ ਅਡਾਪਟ ਕਰਦੇ ਨਾ ਜੀ। ਕਈ ਕੋ ਹੁੰਦੇ ਨਹੀਂ ਨਾ, ਥੋੜਾ ਆਪਣੇ ਪੈਸੇ ਨਹੀਂ ਹੁੰਦੇ, ਥੋੜੇ ਇਲਾਜ ਕਰਾਉਂਦੇ, ਫਿਰ ਸਾਡੇ ਕੋਲ ਆਉਂਦੇ ਆ। ਅੱਛਾ, ਤੇ ਬਾਕੀ ਜਾ ਕੇ ਸਾਡੇ ਉਹ ਕਰੂਲਟੀ ਬਹੁਤ ਕੇਸ ਚੱਲਦੇ ਨਾ ਸਾਡੇ ਨਾ। ਅੱਛਾ, ਅਸੀਂ ਹਫਤੇ 100 ਲਿਆ ਸੀਗਾ ਕੁੱਤਾ ਬਿੱਲੀ ਆਏ ਸੀਗੇ ਸਾਡੇ ਕੋਲ ਪ੍ਰਿੰਸਟਨ ਤੋਂ ਨਾ, ਉਹ ਸਾਡਾ ਕੇਸ ਕਾਫੀ ਵੱਡਾ ਸੀਗਾ। ਉੱਥੇ ਜਾ ਕੇ ਅਸੀਂ ਆਪਣੀ ਇਨਫੋਰਸਮੈਂਟ ਏਜੰਸੀ ਜਾ ਕੇ ਨਾ ਥੋੜੇ ਉੱਥੋਂ ਸੀਜ਼ ਕੀਤੇ ਸੀਗੇ ਉਹਨਾਂ ਤੋਂ। ਅੱਛਾ, ਉਹ ਕਿਸ ਤਰ੍ਹਾਂ, ਮਤਲਬ ਉਹਨਾਂ ਤੇ ਕੋਈ ਜ਼ੁਲਮ ਹੋ ਰਿਹਾ ਸੀ ਉਹਨਾਂ ਕੁੱਤਿਆਂ ਤੇ? ਹਾਂਜੀ, ਜੇ ਤੁਸੀਂ ਨਾ ਸਾਡੇ ਕੋਲ ਕੰਪਲੇਂਟ ਆਵੇ ਨਾ ਕਿਸੇ ਜੋ ਕੋਈ ਰੱਖਦੇ ਨਹੀਂ ਠੀਕ ਤਰ੍ਹਾਂ, ਜਾਂ ਜਿੱਦਾਂ ਉਹਦੀ ਪੇਟ ਮਾਰੀ ਹੋਵੇ ਜਾਂ ਕੱਟਦੇ ਆ ਨਾ, ਤੇ ਸਾਡੇ ਕੋਲ ਹੈਗੇ ਕਾਂਸਟੇਬਲ ਹੈਗੇ ਸਾਡੇ ਨਾ SPCA, ਉਹ ਜਾ ਕੇ ਦੇਖਦੇ ਜੇ ਇਹ ਗੱਲ ਸੱਚੀ ਜਾਂ ਨਹੀਂ ਹੈਗੀ ਨਾ। ਜੇ ਤੁਹਾਨੂੰ ਪਤਾ ਸ਼ੱਕ ਪੈਂਦੀ ਸਰ ਉਹਨੇ, ਜੇ ਉਹ ਮਾਰੇ ਮਾਰੀ ਹੋਵੇ ਨਾ, ਕਿਸੇ ਉਹਨੂੰ ਲੈ ਲੈਂਦੇ ਕੁੱਤੇ ਨੂੰ, ਬਿੱਲੀਆਂ। ਅੱਛਾ, ਤੇ ਹੁਣ ਜਿਨ੍ਹਾਂ ਨੂੰ ਚਾਹੀਦਾ ਹੈ, ਕਈ ਬਹੁਤ ਸਾਰੇ ਲੋਕ ਨੇ ਜਿਹੜੇ ਪੈਟ ਚਾਹੁੰਦੇ ਨੇ, ਔਰ ਪ੍ਰਾਈਸ ਜਿਹੜੀ ਹੈ ਇਸ ਟਾਈਮ ਬਹੁਤ ਵਧੀ ਹੋਈ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 4000 ਤੋਂ ਲੈ ਕੇ 10,000 ਤੱਕ ਪੈਟਸ ਦੀ ਇਸ ਟਾਈਮ ਪੱਪੀ ਦੀ ਪ੍ਰਾਈਸ ਹੈਗੀ, ਜਿਹੜੇ ਵਧੀਆ ਚੰਗੀ ਬਰੀਡ ਦੇ ਨੇ। ਤੇ ਤੁਹਾਡੇ ਕੋਲ ਜੇ ਅਡਾਪਟ ਕਰਨਾ ਹੈ ਤਾਂ ਕਿੰਨੀ ਕੁ ਵੇਟ ਲਿਸਟ ਹੈ ਤੇ ਕੀ ਪ੍ਰੋਸੀਜਰ ਹੁੰਦਾ ਸਾਰਾ?
ਹੈਗਾ ਸਾਰਾ ਆਨਲਾਈਨ ਹੀ ਚੱਲਦਾ ਅੱਜ ਕੱਲ੍ਹ Okay. ਐਪਲੀਕੇਸ਼ਨ ਹਮ। ਆਨਲਾਈਨ ਅਪਲਾਈ ਕਰਿਓ ਹੂੰ ਲੱਗ ਹੀ ਜਾਂਦੇ ਮਹੀਨਾ 2 ਮਹੀਨੇ ਲੱਗ ਜਾਂਦਾ ਹੈ ਨਾ ਕਈ ਵਾਰੀ ਤਾਂ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਹੈ ਨਾ ਅੱਛਾ ਤਾਂ ਕਿ ਲੋਕੀ ਕਾਫੀ ਮੰਗਦੇ ਕੁੱਤੇ ਬਿੱਲੀਆਂ ਹੂੰ ਤੇ ਕਈ ਪਹਿਲਾਂ ਲੈ ਲੈਂਦੇ ਕਈ ਬਾਅਦ ਚ ਟਾਈਮ ਲੱਗਦਾ ਹੂੰ ਡਿਪੈਂਡ ਕਰਦਾ ਸੀ ਤੇ ਇਹਦੀ ਵੀ ਕੋਈ ਫੀਸ ਹੁੰਦੀ ਹੈ ਜਾਂ ਪ੍ਰਾਈਸ ਡੌਗ ਦੀ ਬਰੀਡ ਦੇ ਉੱਤੇ ਡਿਪੈਂਡ ਕਰਦੀ ਹੈ ਕਿਸ ਤਰ੍ਹਾਂ ਦਾ ਪ੍ਰੋਸੀਜਰ ਹੁੰਦਾ ਹੈ ਜਿਹੜੇ ਛੋਟੇ ਹੁੰਦੇ ਥੋੜੇ ਮਹਿੰਗੇ ਹੁੰਦੇ ਆ ਅੱਛਾ ਉਹ ਤਕਰੀਬਨ 6-700 ਹੁੰਦਾ ਹੂੰ ਹੈ ਹੂੰ ਜਿਹੜੇ ਵੱਡੇ ਕੁੱਤੇ ਆ ਉਹ ਤਕਰੀਬਨ 400-500 ਦੇ ਮਿਲ ਜਾਂਦੇ ਆ ਜੀ ਜੀ ਤੇ ਡੌਗਸ ਦੀ ਜ਼ਿਆਦਾ ਪਰਮ ਡਿਮਾਂਡ ਹੈ ਕਿ ਕੈਟਸ ਦੀ ਵੀ ਹੈਗੀ ਹੈ ਜ਼ਿਆਦਾ ਡੌਗਸ ਮੰਗਦੇ ਲੋਕੀ ਹਾਂ ਨਾ ਜੀ ਹੈਗੇ ਜ਼ਿਆਦਾ ਕੈਟਸ ਸਾਡੇ ਕੋਲ ਹੁੰਦੇ ਆ ਸਾਡੇ ਹੂੰ ਕੋਲ ਕਾਫੀ ਕੈਟਸ ਹੁੰਦੇ 2-3000 ਕੈਟ ਹੁੰਦਾ ਸਾਲ ਚ ਜੀ ਪਰ ਡੌਗਸ ਨੂੰ ਜ਼ਿਆਦਾ ਡਿਮਾਂਡ ਆ ਅੱਛਾ ਤੇ ਵੇਟ ਟਾਈਮ ਹੁਣ ਕਿੰਨਾ ਚੱਲ ਰਿਹਾ ਅਡਾਪਸ਼ਨ ਦਾ ਲੱਗੀ ਜਾਂਦੇ 2 ਮਹੀਨੇ ਲੱਗੀ ਜਾਂਦੇ ਆ ਅੱਛਾ ਤੇ ਤੁਹਾਨੂੰ ਪਹਿਲਾਂ ਤੁਹਾਡੇ ਕੋਲ ਹੁੰਦੀ ਹੈ ਵੇਟ ਲਿਸਟ ਕਿ ਜਿਨ੍ਹਾਂ ਨੂੰ ਚਾਹੀਦਾ ਉਹ ਤੁਹਾਨੂੰ ਅਪਰੋਚ ਕਰਦੇ ਨੇ ਕਿਸ ਤਰ੍ਹਾਂ ਦਾ ਪ੍ਰੋਸੀਜਰ ਹੁੰਦਾ ਹੈ ਸਾਰਾ ਅਸੀਂ ਜਦੋਂ ਅਪਲਾਈ ਕਰੋ ਨਾ ਜਿਹੜੇ ਅਸੀਂ ਦੇਖਦੇ ਨੇ ਪਹਿਲਾਂ ਜੇ ਕਿਹੜਾ ਠੀਕ ਲੱਗਿਆ ਸਾਨੂੰ ਅਸੀਂ ਬਾਹਰ ਨਹੀਂ ਸਵਾਲ ਪੁੱਛੀਦੇ ਨਾ ਅੱਛਾ ਜਿੱਦਾਂ ਮੈਨੂੰ ਪੁੱਛੇ ਗਏ ਈਮੇਲਸ ਦੇ ਵਿੱਚ ਉਦਾਂ ਦੇ ਸਵਾਲ ਨਹੀਂ ਤੁਸੀਂ ਪੁੱਛਦੇ ਨਹੀਂ ਪੁੱਛੀਦੇ ਨਾ ਜੀ ਅਸੀਂ ਉਹਦਾ ਅਸੀਂ ਵਿਸ਼ਵਾਸ ਕਰੀਦਾ ਨਾ ਹਾਂ ਜਿਹੜੇ ਆਉਂਦੇ ਸਾਡੇ ਕੋਲ ਉਹ ਹੈਗੇ ਚੰਗੇ ਆ ਨਾ ਅਸੀਂ ਉਸ ਹਿਸਾਬ ਨਾਲ ਦੇਖਦੇ ਨਾ ਅਸੀਂ Yeah. ਥੋੜਾ ਕਰਦੇ ਹਾਂ ਵਿਸ਼ਵਾਸ ਹਾਂ ਫਿਰ ਅਸੀਂ ਥੋੜੇ ਜਿਹੇ ਮੋਟੇ ਤਾਂ ਪੁੱਛੀਦੇ ਨਾ ਹਮ, ਕੁਐਸਚਨ ਕਿੱਦਾਂ ਤੁਸੀਂ ਹੈਗੇ ਠੀਕ ਹਮ, ਤੁਸੀਂ ਸੋਚ ਆਪਣਾ ਸੋਚਿਆ ਵੀ ਲੈਣਾ ਕੁੱਤਾ ਜਿੰਨੀ ਬਿੱਲੀ ਲੈਣੀ ਨਾ ਜੀ ਇੱਦਾਂ ਦਾ ਪੁੱਛੀਦਾ ਹੂੰ ਪਰ ਅਸੀਂ ਇੰਨਾ ਨਹੀਂ ਪੁੱਛੀਦਾ ਜਦੋਂ ਸਾਨੂੰ ਪੁੱਛਿਆ ਸੀਗਾ ਉਹ ਤਾਂ ਬਹੁਤ ਜ਼ਿਆਦਾ ਸਵਾਲ ਸੀ ਪਰਮ ਤੁਸੀਂ ਇਹ ਦੇਖੋ ਕਿ ਘੱਟੋ ਘੱਟ 15 ਈਮੇਲਸ ਮੈਂ ਕੀਤੀਆਂ ਔਰ ਹਰ ਇੱਕ ਦਾ ਰਿਪਲਾਈ ਜਿਹੜਾ ਸੀ ਉਹ ਸੇਮ ਹੀ ਆਉਂਦਾ ਸੀ ਕਿ ਹਰ ਇੱਕ ਦੇ ਕੋਲ ਹੀ 2 ਕੁੱਤੇ ਸੀ ਜਿਹਦੇ 'ਚ ਕਿਸੇ ਦਾ ਨਾਮ ਡਿਕਸੀ ਪਿਕਸੀ ਸੀ ਕਿਸੇ ਦਾ ਨਾਮ ਰੌਕੀ ਮੌਕੀ ਸੀ ਲਾਈਕ ਆਲਮੋਸਟ ਸਿਮਿਲਰ ਜੀ ਈਮੇਲ ਸੀਗੀ ਤੇ ਕਈਆਂ ਨੇ ਉਹਦੇ 'ਚ ਆਪਣੀ ਸੈਡ ਸਟੋਰੀ ਵੀ ਸ਼ੇਅਰ ਕੀਤੀ ਕਿ ਮੈਨੂੰ ਇਸ ਟਾਈਮ ਕੈਂਸਰ ਹੋ ਗਿਆ ਹੈ ਮੈਂ ਡੌਗਸ ਦੀ ਕੇਅਰ ਨਹੀਂ ਕਰ ਸਕਦੀ ਇਸ ਕਰਕੇ ਮੈਂ ਦੇਣਾ ਚਾਹੁੰਦੀ ਹਾਂ ਤੇ ਬਹੁਤ ਸਾਰੀਆਂ ਈਮੇਲਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੇਰੀ ਜੌਬ ਬਦਲ ਗਈ ਹੈ ਮੈਂ ਸ਼ਹਿਰ ਛੱਡਣਾ ਹੈ ਇਸ ਕਰਕੇ ਨਹੀਂ ਮੈਂ ਟੇਕ ਕੇਅਰ ਕਰ ਸਕਦੀ ਜਾਂ ਕਰ ਸਕਦਾ ਸੋ ਇਹ ਸਵਾਲਾਂ ਦੀ ਤਾਂ ਉਹਨਾਂ ਨੇ ਇੰਨੀ ਲੜੀ ਲਗਾਈ ਹੋਈ ਸੀ ਉਹਦੇ 'ਚ ਇਸੇ ਤਰ੍ਹਾਂ ਇੱਕ ਫੇਸਬੁੱਕ ਦੇ ਉੱਤੇ ਗਰੁੱਪ ਬਣਿਆ ਹੋਇਆ ਸੀ ਡੌਗਸ ਦੇ ਨਾਲ ਰਿਲੇਟਡ ਤੇ ਉੱਥੇ ਵੀ ਮੈਂ ਮੈਸੇਂਜਰ ਤੇ ਉਹਨਾਂ ਨੂੰ ਮੈਸੇਜ ਛੱਡਿਆ ਤੇ ਉਹ ਬੈਕ ਐਂਡ ਫੋਰਥ ਬੰਦਾ ਮੇਰੇ ਨਾਲ ਗੱਲਬਾਤ ਕਰਦਾ ਰਿਹਾ ਤੈਨੂੰ ਮੇਲ ਚਾਹੀਦਾ ਪਪੀ ਕਿ ਫੀਮੇਲ ਚਾਹੀਦਾ ਮੈਂ ਉਹਨੂੰ ਜਵਾਬ ਦਿੱਤਾ ਫਿਰ ਉਹਨੇ ਕਿਹਾ ਕਿ $600 ਦਾ ਜਿਹੜਾ ਹੈ ਉਹ ਫੀਮੇਲ ਹੈ ਤੇ $700 ਦਾ ਮੇਲ ਹੈ ਤੇ ਮੈਂ ਸੋਚਿਆ ਕਿ ਜਿੱਥੇ 8-8 10-10 ਹਜ਼ਾਰ ਪ੍ਰਾਈਸ ਚੱਲ ਰਹੀ ਹੈ ਉੱਥੇ 600 ਦੇ ਵਿੱਚ ਦੇਣ ਨੂੰ ਤਿਆਰ ਹੈ ਤੇ ਮੈਂ ਫਿਰ ਉਹਨੂੰ ਦੁਬਾਰਾ ਕਿਹਾ ਕਿ ਕਦੋਂ ਤੁਸੀਂ ਮੈਨੂੰ ਦੇ ਸਕਦੇ ਹੋ ਕਹਿੰਦਾ ਅੱਜ ਸ਼ਾਮ ਨੂੰ ਮੈਂ ਕਿਹਾ ਵੀ ਅੱਜ ਸ਼ਾਮ ਨੂੰ ਤੁਸੀਂ ਰਹਿੰਦੇ ਕਿੱਥੇ ਹੋ ਕਹਿੰਦਾ ਤੂੰ ਕਿੱਥੇ ਰਹਿੰਦੀ ਹੈ ਮੈਂ ਕਿਹਾ ਵੈਨਕੂਵਰ ਦੇ ਵਿੱਚ ਕਹਿੰਦਾ ਮੈਂ ਸਰੀ 'ਚ ਰਹਿਣਾ ਮੈਂ ਕਿਹਾ ਸਰੀ 'ਚ ਤੁਸੀਂ ਕਿੱਥੇ ਰਹਿੰਦੇ ਹੋ ਦੈਨ ਉਹ ਥੋੜੀ ਦੇਰ ਲਈ ਚੁੱਪ ਕਰ ਗਿਆ ਫਿਰ ਮੈਂ ਫੋਨ ਨੰਬਰ ਮੰਗਿਆ ਤਾਂ ਉਹ ਫੋਨ ਨੰਬਰ ਵੀ ਕੋਈ ਐਵੇਂ ਹੀ ਫੇਕ ਜਿਹਾ ਫੋਨ ਨੰਬਰ ਸੀ ਜਿੱਥੇ ਮੈਂ ਟਰਾਈ ਕੀਤੀ ਲੇਕਿਨ ਉਹ ਲੱਗਿਆ ਨਹੀਂ ਸੋ ਜੇ BC SPAC ਨੂੰ ਇਹ ਨੌਲੇਜ ਹੈ ਕਿ ਇਹ ਸਕੈਮ ਚੱਲ ਰਹੇ ਨੇ ਤਾਂ ਤੁਹਾਡੀ ਐਸੋਸੀਏਸ਼ਨ ਇਹਦੇ ਲਈ ਕੁਝ ਕਰ ਰਹੀ ਹੈ ਅਸੀਂ ਦੇਖਦੇ ਹੁੰਦੇ ਜੇ ਸਾਡੇ ਕੋਲ ਇਹ ਸ਼ੱਕ ਹੋਵੇ ਸਾਨੂੰ ਦੱਸ ਦਿਓ ਹਾਂ। ਨਾ ਅਸੀਂ ਦੇਖੋਗੇ ਜੀ। ਕਿੱਥੋਂ ਇਹ ਨਾ ਇਹ ਆਉਂਦੇ ਆ ਨਾ ਕੰਪਲੇਂਟ ਹੂੰ ਅਸੀਂ ਜਿਹੜੇ ਕੰਪਲੇਂਟ ਸਾਡੇ ਕੋਲ ਹੈਗਾ 1-800 ਨੰਬਰ ਹੈਗਾ ਨਾ ਅੱਛਾ। ਉੱਥੇ ਤੁਸੀਂ ਫੋਨ ਕਰ ਸਕਦੇ ਆ ਜੀ। ਉੱਥੇ ਜਾ ਕੇ ਤੁਸੀਂ ਕੰਪਲੇਂਟ ਕਰ ਸਕਦੇ ਹੋ ਨਾ ਜੀ। ਜੇ ਕੋਈ ਜੀ। ਸ਼ੱਕ ਪੈਂਦੀ ਹੈ ਨਾ ਅੱਛਾ ਪਰ ਜੇ ਕੋਈ ਵੇਚਦਾ ਨਾ ਕੁੱਤਾ ਬਾਲੀ ਘੱਟ ਪ੍ਰਾਈਸ ਤੇ ਹੂੰ ਸਾਨੂੰ ਸ਼ੱਕ ਚਾਹੀਦੀ ਆ ਉਸ ਹੂੰ ਬੰਦੇ ਤੇ ਵੀ ਕਦੋਂ ਉਹ ਜ਼ਿਆਦਾ ਘੱਟ ਆ ਆਮ ਨਾਲੋਂ ਨਾ ਜੀ ਉੱਥੇ ਨਾ ਫਸੇ ਹੋ ਕਿਉਂਕਿ ਉਹ ਪੈਸੇ ਮੰਗਦੇ ਆ ਜੀ। ਤੋਂ ਉਹ ਮੰਗਦੇ ਵੀ ਛੇਤੀ ਮੰਗਦੇ ਹੁੰਦੇ ਆ ਅੱਛਾ। ਉਸ ਪ੍ਰਾਈਸ ਤੇ ਬੰਦਾ ਫਸ ਜਾਂਦਾ ਜਾ ਜੀ। ਕੇ ਕਹਿੰਦਾ ਸਸਤੀ ਹੈ ਨਾ ਕੁੱਤਾ ਬਿੱਲੀ ਨਾ ਹੂੰ ਤਾਂ ਕਿ ਉਸ ਚ ਨਾ ਜਾ ਕੇ ਤੁਸੀਂ ਆਪਣੇ ਕਰੋ ਨਾ ਜੀ ਇਨਵੋਲਵ ਜੀ ਮੋਹਿਤ ਮੇਰੇ ਨਾਲ ਨੇ ਇਹਨਾਂ ਦੀ ਗੱਲ ਸੁਣਦੇ ਆ ਜੀ ਮੋਹਿਤ ਹਾਂਜੀ ਗੁੱਡ ਆਫਟਰਨੂਨ ਜੀ ਗੁੱਡ ਆਫਟਰਨੂਨ ਮੇਰਾ ਜਸ ਭਾਜੀ ਨੂੰ ਇੱਕ ਲਾਈਕ 2-4 ਕੁਐਸਚਨ ਹੈਗੇ ਸਿੰਪਲ ਜੇ ਜੀ ਪੁੱਛੋ ਪਹਿਲਾ ਤਾਂ ਇਹ ਹੈਗਾ ਵੀ ਜਿੱਦਾਂ ਜੇ ਸਾਨੂੰ ਪੈਟ ਲੈਣਾ ਹੈਗਾ ਸਾਡੀ ਇੱਕ ਤਾਂ ਮੋਸਟ ਇੰਪੋਰਟੈਂਟ ਕਿੱਥੋਂ ਮਿਲ ਸਕਦਾ ਹੈ ਕੋਈ ਏਦਾਂ ਦੀ ਐਸੋਸੀਏਸ਼ਨ ਦਾ ਮੈਨੂੰ ਨਹੀਂ ਪਤਾ ਰਾਈਟ ਜੀ ਤੇ ਦੂਜਾ ਸਾਡੀ ਰਿਕੁਆਇਰਮੈਂਟ ਕੀ ਹੋਣੀ ਚਾਹੀਦੀ ਪੈਟ ਨੂੰ ਲੈਣ ਲਈ ਤੇ ਤੀਜਾ ਮੇਰਾ ਜੇ ਸਵਾਲ ਹੈਗਾ ਲੈਟਸ ਸੇ ਅਸੀਂ ਪੈਟ ਲੈ ਲੈਂਦੇ ਰਿਕੁਆਇਰਮੈਂਟ ਸਾਡੀ ਫੁੱਲਫਿਲ ਹੋ ਜਾਂਦੀ ਹੈ ਜੇ ਸਾਨੂੰ ਲੱਗਦਾ ਵੀ ਸਾਨੂੰ ਪ੍ਰੋਬਲਮ ਆ ਰਹੀ ਹੈ ਸਾਡੇ ਤੋਂ ਨਹੀਂ ਰੱਖਿਆ ਜਾ ਰਿਹਾ ਪੈਟ ਉਹਦਾ ਕਿੱਦਾਂ ਹਾਊ ਵੀ ਕੈਨ ਰਿਟਰਨ ਇਟ ਬੈਕ ਇਹ ਤਾਂ ਲੈਣ ਦੇ ਵਾਪਸ ਨਾ ਜੇ ਹੋਵੇ ਥੋੜੀ ਚੰਗੀ ਕੰਪਨੀ ਹੋਵੇ ਜਾਂ ਚੰਗੀ ਰਜਿਸਟ੍ਰੇਸ਼ਨ ਬਰੀਡਰ ਹੋਵੇ ਜੀ ਉਹ ਲੈਣ ਦੇ ਵਾਪਸ ਪਰ ਜੇ ਸਾਡੇ ਕੋਲ ਨਹੀਂ ਸਾਮ ਹੁੰਦਾ ਨਾ ਕੋਈ ਕੁੱਤਾ ਜਾਂ ਬਿੱਲੀ ਸਾਡੇ ਕੋਲ ਲਿਆ ਦੋ ਅਸੀਂ ਅੱਛਾ। ਆਪ ਲਵਾਂਗੇ ਜੀ। ਅਸੀਂ ਸਾਰੇ ਰੱਖ ਲੈਂਦੇ ਫਿਰ ਨਵਾਂ ਘਰ ਲੱਭਦੇ ਸੀ ਨਾ ਹੂੰ ਉਹ ਸਾਡੇ ਕੋਲ ਹੈਗੇ ਲੋਕੇਸ਼ਨ ਸਾਰੇ ਪਾਸੇ ਲੋਕੇਸ਼ਨ BC ਚ ਜੀ ਜਿੱਥੇ ਤੁਹਾਨੂੰ ਲੱਗੇ ਹੈਗਾ ਉੱਥੇ ਜਾ ਕੇ ਸਾਨੂੰ ਦੱਸ ਦਿਓ ਉੱਥੇ ਲੈ ਲਵਾਂਗੇ ਮੌਕੇ ਇੱਕ ਅਗਲੇ ਕਾਲਰ ਸਾਡੇ ਨਾਲ ਸ਼ਾਮਲ ਹੋਏ ਨੇ ਇਹਨਾਂ ਦੀ ਗੱਲ ਸੁਣਦੇ ਆ ਜੀ ਪਿੰਕੀ ਹਾਂਜੀ ਪਿੰਕੀ Hi, how are you? I am good how are you Good, good. ਮੈਂ ਦੱਸਣਾ ਸੀਗਾ ਮੇਰੀ ਸਿਸਟਰ ਕੋਲੇ ਇੱਕ ਔਡੀ ਪੈਟ ਹੈਗਾ ਹੀ ਇਜ਼ ਲਾਈਕ 14 year old ਜੀ
ਹੀ ਇਜ਼ ਡਾਇਬੈਟਿਕ। ਹੂੰ। ਅਸੀਂ 2 ਟਾਈਮ ਇੰਜੈਕਸ਼ਨ ਲਾਉਂਦੇ ਹਨ, ਉਹਦੀ ਬਹੁਤ ਕੇਅਰ ਕਰਦੇ ਆ, ਓਕੇ। ਸਵੇਰੇ ਸ਼ਾਮ ਨੂੰ 2 ਟਾਈਮ। ਹੂੰ। ਤੇ ਉਹਦੀਆਂ ਪਿਛਲੀਆਂ ਲੱਤਾਂ ਬਿਲਕੁਲ ਹੀ ਰਹਿ ਗਈਆਂ, ਤੇ ਹੁਣ ਅਸੀਂ ਛੋਟਾ ਬਾਈ ਕੀਤਾ ਹੂੰ। ਤੇ ਵੀ ਬੋਟ ਲਾਈਕ 1000 ਓਕੇ। ਗ੍ਰਾਮ। ਓਕੇ। ਅਸੀਂ ਤਾਂ ਬਾਈ ਕੀਤਾ ਬਿਕਾਜ਼ ਹੁਣ ਸਾਨੂੰ ਪਤਾ ਵੀ ਜਦੋਂ 15 ਸਾਲ ਦਾ ਹੋ ਗਿਆ ਸਾਨੂੰ ਉਹਨੂੰ ਇੰਜੈਕਸ਼ਨ ਲਵਾਉਣਾ ਪੈਣਾ, ਹੂੰ। ਬਿਕਾਜ਼ ਹੀ ਕੈਨ ਸਫਰ ਐਨੀਮੋਰ, ਹੀ ਨੋਜ਼ ਦੈਟ। ਬਟ ਜਿਹੜਾ ਤੁਹਾਡੇ ਨਾਲ ਸੁਣਦੇ ਆਈ ਡੋਨਟ ਨੋ ਹਿਸ ਨੇਮ, ਹੂੰ। ਤੇ ਅਸੀਂ ਹੁਣ ਛੋਟਾ ਬਾਈ ਕੀਤਾ ਵਾ, ਤੇ ਅਸੀਂ ਬਹੁਤ ਕੇਅਰ ਕਰਦੇ ਆ ਉਹਦੀ, ਵੱਡੇ ਦੀ। ਜੀ। ਤੇ ਸਾਨੂੰ ਜੇ ਤੁਸੀਂ ਪੈਟ ਬਾਈ ਕਰਦੇ ਹੋ, ਯੂ ਹੈਵ ਟੂ ਟੇਕ ਇਟ ਵੈਰੀ ਓਨੈਸਟਲੀ। ਜੀ। ਤੁਹਾਨੂੰ ਉਹਨਾਂ ਦੀ ਜਿੱਦਾਂ ਬੱਚਿਆਂ ਨੂੰ ਕੇਅਰ ਕਰਨੀ ਪੈਂਦੀ ਆ। ਹੁਣ ਅਸੀਂ ਉਹਦੀ ਇੰਨੀ ਕੇਅਰ ਕਰਦੇ ਹਾਂ ਬਿਕਾਜ਼ ਉਹ ਬਹਿ ਨਹੀਂ ਸਕਦਾ, ਉਹਨੂੰ ਹੌਲੀ ਹੌਲੀ ਬਿਠਾਉਣਾ ਪੈਂਦਾ ਥੱਲੇ, ਬਿਕਾਜ਼ ਉਹਦੀਆਂ ਪਿਛਲੀਆਂ ਲੱਤਾਂ ਬਿਲਕੁਲ ਵੀਕ ਹੋ ਗਈਆਂ। ਜੀ, ਥੈਂਕ ਯੂ ਪਿੰਕੀ, ਥੈਂਕ ਯੂ ਸੋ ਮਚ ਫॉर ਯੋਰ ਕਾਲ। ਪਰਮ, ਜਿਹੜੇ ਹੁਣ ਜਿਵੇਂ ਪਿੰਕੀ ਨੇ ਦੱਸਿਆ ਕਿ ਕਈ ਕੁੱਤੇ ਬਿਮਾਰ ਹੋ ਜਾਂਦੇ ਨੇ ਜਾਂ ਫਿਰ ਜਦੋਂ ਵੱਡੀ ਉਮਰ ਹੋ ਗਈ, ਉਹ ਲੋਕ ਉਹ ਵੀ ਤੁਸੀਂ ਲੈ ਲੈਂਦੇ ਹੋ ਅਡਾਪਟ ਕਰ, ਮਤਲਬ ਤੁਸੀਂ ਤੁਹਾਡੀ ਐਸੋਸੀਏਸ਼ਨ ਲੈ ਲੈਂਦੀ ਹੈ ਕਿ ਨਹੀਂ? ਤੁਸੀਂ ਵੀ ਤੁਹਾਡਾ ਕੋਈ ਹੈਗਾ ਕਿ ਹਾਂ ਇਹ ਵਾਲੀਆਂ ਗਾਈਡਲਾਈਨਸ ਹੈਗੀਆਂ, ਅਸੀਂ ਉਹੀ ਡੌਗ ਜਿਹੜਾ ਲੈ ਸਕਦੇ ਹਾਂ, ਇਹ ਨਹੀਂ ਕਿ ਬਹੁਤ ਬਿਮਾਰ ਕੋਈ ਛੱਡ ਗਿਆ ਜਾਂ ਕਿਸ ਤਰ੍ਹਾਂ? ਇਹ ਤੋਂ ਜੇ ਔਖੇ ਹੁੰਦੇ ਰੀਹੋਮ ਕਰਨ ਨੂੰ ਕਿਤੋਂ ਜੇ ਨਾ ਹੁੰਦਾ, ਕਿਉਂਕਿ ਇਹਨਾਂ ਨੂੰ ਅੱਗੇ ਫਿਰ ਕੋਈ ਅਡਾਪਟ ਨਹੀਂ ਕਰਦਾ ਨਾ, ਜਾਂ ਅਡਾਪਟ ਨਹੀਂ ਕਰਦੇ ਨਾ, ਇਹ ਤੋਂ ਹੀ ਪ੍ਰੋਬਲਮ ਪੈਂਦੀ ਕਿ ਵੀ ਨਾ ਕਹਾਂ ਵੀ ਦੇਖਣ ਬੰਦਾ ਫਿਰ ਇਹਨੇ ਲੈਣਾ ਨਾ। ਜੀ। ਪਰ ਅਸੀਂ ਕੋਸ਼ਿਸ਼ ਪੂਰੀ ਕਰਦੇ ਆਪਣੀ ਨਾ, ਹੂੰ। ਜੇ ਸਰ ਲੈ ਕੇ ਆਓ ਨਾ ਤੁਸੀਂ ਕੋਸ਼ਿਸ਼ ਪੂਰੀ ਕਰੋਗੇ ਲੱਭਣ ਨੂੰ ਬਾਅਦ। ਅੱਛਾ ਪਰਮ, ਇੱਕ ਹੋਰ ਦੱਸੋ ਸਾਨੂੰ ਕਿ ਜੇ ਆਪਾਂ BC ਦੀ ਗੱਲ ਕਰਦੇ ਹਾਂ ਤਾਂ ਕਿਹੜੀਆਂ ਫੇਮਸ ਬਰੀਡਸ ਨੇ BC ਦੇ ਵਿੱਚ ਜਿਹਦੇ 'ਚ ਲੋਕ ਇੰਟਰਸਟਿਡ ਹੁੰਦੇ ਨੇ ਜ਼ਿਆਦਾ ਕਿ ਅਸੀਂ ਇਸੇ ਬਰੀਡ ਦਾ ਪੈਟ ਲੈਣਾ? ਕਿਉਂਕਿ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਸਭ ਤੋਂ ਪਹਿਲਾਂ ਜਦੋਂ ਕਿਸੇ ਨੇ ਪੈਟ ਲੈਣਾ ਹੁੰਦਾ ਉਹ ਰਿਸਰਚ ਕਰਦੇ ਨੇ, ਸੋ ਉਹਨਾਂ ਨੂੰ ਹੁੰਦਾ ਹੈ ਕਿ ਡੌਗ ਸ਼ੈਡ ਨਾ ਕਰਦਾ ਹੋਏ, ਕੋਈ ਸਮੈਲ ਨਾ ਆਉਂਦੀ ਹੋਏ। ਸੋ ਕਿਸ ਤਰ੍ਹਾਂ ਦੀਆਂ ਬਰੀਡਸ ਜਿਹੜੀਆਂ ਨੇ ਉਹ ਬੈਸਟ ਬਰੀਡਸ ਨੇ ਤੁਹਾਡੇ ਖਿਆਲ ਦੇ ਵਿੱਚ? ਅੱਜ ਕੱਲ੍ਹ ਲੋਕੀ ਛੋਟੇ ਕੁੱਤੇ ਬਹੁਤ ਮੰਗਦੇ ਆ ਜੀ। ਆਪਣੇ, ਜਿੱਦਾਂ ਟੌਏ ਪੱਪੀਜ਼। ਉਹ ਪਾਪੀਜ਼ ਨਾ ਸਾਹਮਣੇ ਸੌਖੇ ਰਹਿੰਦੇ ਨਾ, ਤੈਨੂੰ ਵਧੀਆ ਲੱਗਦੇ ਆ ਅੱਜ ਕੱਲ੍ਹ ਨੂੰ ਨਾ। ਕਈ ਹੈਗੇ ਹਾਈਪਰ ਐਲਰਜੈਨਿਕ ਕੁੱਤੇ ਜਿਹਦੇ ਦੇ ਬਾਲ ਹੁੰਦੇ ਨਾ, ਅੱਛਾ। ਕਿੰਗ ਹੁੰਦਾ ਫਰ, ਪਰ ਕਿੰਗ ਕੋ ਬਾਲ ਵੀ ਹੁੰਦੇ, ਜਿੱਦਾਂ ਯੋਰਕੀ ਹੋਵੇ ਜਾਂ ਪੂਡਲ ਹੋਵੇ, ਬੀਟਲ ਹੋਵੇ ਨਾ, ਉਹ ਥੋੜੀ ਜਿੱਦਾਂ ਕਈ ਆਪਣੇ ਕੋਲ ਐਲਰਜੀਜ਼ ਹੁੰਦੀਆਂ, ਉਹਨਾਂ ਕੋਲ ਡੈਂਡਰ ਨਹੀਂਗਾ ਨਾ ਉਹ ਕੁੱਤੇ ਕੋਲ, ਤੇ ਉਹ ਐਲਰਜੀ ਨਹੀਂ ਹੁੰਦੀ ਆਪਣੇ ਕੋਲ ਜੇ ਆਪਾਂ ਉਹਨਾਂ ਨਾਲ ਹੱਥ ਖੇਲੀਏ ਜੇ। ਪਰਮ, ਕੀ ਫਰਕ ਹੁੰਦਾ ਫਰ ਦੇ ਵਿੱਚ ਤੇ ਵਾਲਾਂ ਦੇ ਵਿੱਚ? ਫਰ ਸ਼ੈਡ ਹੁੰਦਾ ਸ਼ੈਡਿੰਗ, ਜਦ ਕਾਫੀ ਕੁੱਤੇ ਕਰਦੇ ਸ਼ੈਡਿੰਗ ਕਾਫੀ ਹੁੰਦੀ ਹੈ ਨਾ, ਉਹ ਫਰ ਹੁੰਦਾ ਹੈ ਜਿੱਦਾਂ। ਅੱਛਾ, ਫਰ ਸ਼ੈਡ ਕਰਦੀ ਹੈ ਤੇ ਵਾਲ ਸ਼ੈਡ ਨਹੀਂ ਕਰਦੇ? ਪਾਣੀ ਸ਼ੈਡ ਕਰਦੇ। ਅੱਛਾ, ਮੈਂ ਉਲਟਾ ਸੋਚਦੀ ਸੀ ਪਰਮ। ਅੱਛਾ, ਵਾਲ ਜਿਹੜੇ ਡੌਗਸ ਦੇ ਹੁੰਦੇ ਆ ਉਹ ਹਾਈਪੋ ਐਲਰਜੈਨਿਕ ਹੁੰਦੇ ਆ ਤੇ ਉਹ ਸ਼ੈਡ ਨਹੀਂ ਕਰਦੇ। ਅੱਛਾ ਪਰਮ, ਇੱਕ ਹੋਰ ਸਵਾਲ ਜਿਹੜਾ ਇੱਕ ਸਾਨੂੰ ਆਫ ਏਅਰ ਆਇਆ ਉਹ ਇਹ ਹੈ ਕਿ ਕਹਿੰਦੇ ਰਾਤ ਨੂੰ ਨਾ ਕਿਸੇ ਦੇ ਘਰ ਉਹਨਾਂ ਦਾ ਜਿਹੜਾ ਡੌਗ ਸੀ, ਉਹਨਾਂ ਨੇ ਡੌਗ ਰੱਖਿਆ ਹੋਇਆ ਤੇ ਉਹਨਾਂ ਦਾ ਡੌਗ ਬਹੁਤ ਭੌਂਕ ਰਿਹਾ ਸੀਗਾ ਰਾਤ ਦੇ ਟਾਈਮ, ਤੇ ਉਹ ਕਹਿੰਦੇ ਕਿ ਮੈਂ ਪਿੱਛੇ ਜਾ ਕੇ ਦੇਖਿਆ ਕ੍ਰੀਕ ਦੇ ਵਿੱਚ ਕਿ ਕੀ ਪ੍ਰੋਬਲਮ ਹੈ, ਤਾਂ ਉਹਨਾਂ ਨੂੰ ਉੱਥੇ ਛੋਟਾ ਜਿਹਾ ਕੋਈ ਪੱਪੀ ਨਜ਼ਰ ਆਇਆ, ਸ਼ਾਇਦ ਕਿਸੇ ਦਾ ਡੌਗ ਗਵਾਚ ਗਿਆ ਸੀ ਜਾਂ ਘਰੋਂ ਭੱਜ ਕੇ ਆ ਗਿਆ ਜਾਂ ਜੋ ਵੀ ਸੀ। ਉਹ ਕਹਿੰਦੇ ਮੈਂ BCSP ਤੁਹਾਡੇ ਜਿਹੜਾ BCSPCA ਇਹਦੇ ਨੰਬਰ 'ਤੇ ਕਾਲ ਕੀਤੀ ਪਰ ਨੰਬਰ ਚੱਲਿਆ ਨਹੀਂ, ਤਾਂ ਪਤਾ ਲੱਗਿਆ ਕਿ 24/7 ਸਰਵਿਸ ਨਹੀਂ ਹੈ। ਕਹਿੰਦੇ ਫਿਰ ਮੈਂ RCMP ਵਾਲਿਆਂ ਨੂੰ ਕਾਲ ਕੀਤੀ, RCMP ਵਾਲੇ ਆ ਗਏ, ਪਰ ਜਦ ਤੱਕ ਪਿੱਛੇ ਜਾ ਕੇ ਦੇਖਿਆ ਉੱਥੇ ਉਹ ਡੌਗ ਨਹੀਂ ਸੀਗਾ। ਉਹਨਾਂ ਨੇ ਫਿਰ ਸਗੋਂ ਹੋਰ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਵੀ ਪ੍ਰੈਂਕ ਕਾਲ ਤਾਂ ਨਹੀਂ ਸੀ, ਸਾਨੂੰ ਕਿਉਂ ਬੁਲਾਇਆ ਇੱਥੇ। ਸੋ ਵਾਕਈ 24/7 ਨਹੀਂ ਹੈ BC ਤੁਹਾਡਾ ਜਿਹੜੀ ਐਸੋਸੀਏਸ਼ਨ ਹੈ ਇਹਦਾ ਨੰਬਰ, ਕਿ ਕਿਸ ਤਰ੍ਹਾਂ ਕੰਟੈਕਟ ਕੀਤਾ ਜਾਏ? ਫਿਰ ਕੀ RCMP ਨੂੰ ਕੰਟੈਕਟ ਕੀਤਾ ਜਾਏ ਇਦਾਂ ਦੀ ਕਿਸੇ ਸਿਚੁਏਸ਼ਨ ਦੇ ਵਿੱਚ? RCMP ਸਿਟੀ ਨੂੰ ਵੀ ਕਰ ਸਕਦੇ ਫੋਨ ਕਰਨ। ਅੱਛਾ, ਸਿਟੀ ਨੂੰ ਵੀ ਕਰ ਸਕਦੇ ਵੀ ਕਰ ਸਕਦੇ ਫੋਨ ਜੀ, ਜਾਂ ਸਿਟੀ ਨੂੰ ਵੀ ਕਰ ਸਕਦੇ ਨਾ। ਸਾਡੇ 24 ਘੰਟੇ ਨਹੀਂ ਆਨਲਾਈਨ ਸਾਡਾ ਸਿਸਟਮ ਚੱਲਦਾ, ਤੇ 10 ਵਜੇ ਤੋਂ ਬਾਅਦ ਅਸੀਂ ਹੈ ਨਹੀਂ ਨਾ, ਕਾਲਰ ਹੈ ਨਹੀਂ ਗਏ ਜੀ ਸੈਂਟਰ ਤੇ। ਦੂਸਰੇ ਫਿਰ ਉਹ RCMP ਜੇ ਕੋਈ ਸ਼ੱਕ ਹੋਵੇ ਨਾ, ਕੋਈ ਕੁੱਤਾ ਜੇ ਸੱਟ ਲੱਗੀ ਵੀ ਕਿਸੇ ਦੇ ਜਾਂ ਕੋਈ ਕੁੱਤਾ ਹੋਵੇ, RCMP ਨੂੰ ਫੋਨ ਕਰਕੇ ਉਹ ਦੇਖੋਗੇ ਤੁਹਾਨੂੰ ਜੀ। ਸੋ RCMP ਨੂੰ ਫੋਨ ਕੀਤਾ ਜਾਏ। ਤੁਹਾਡੀ ਜਿਹੜੀ ਲਾਈਨ ਹੈ ਉਹ 24/7 ਨਹੀਂ ਚੱਲਦੀ? 10 ਵਜੇ ਤੋਂ 7 ਵਜੇ ਤੱਕ ਹੈ ਨਹੀਂ ਕੋਈ ਤੇ। ਅੱਛਾ, ਤੇ ਜੇ 10 ਵਜੇ ਤੋਂ ਪਹਿਲਾਂ ਕੀਤੀ ਜਾਂਦੀ ਹੈ ਫਿਰ ਤੁਹਾਡੀ ਐਸੋਸੀਏਸ਼ਨ ਦੇ ਜਿਹੜੇ ਨੁਮਾਇੰਦੇ ਨੇ ਉਹ ਜਾ ਕੇ ਔਨ ਸਾਈਟ ਦੇਖਦੇ ਨੇ, ਫਿਰ ਸਾਰੀ ਸਰਚ ਕਰਦੇ ਨੇ? ਹਾਂਜੀ, ਜੇ ਸਾਡੇ ਸਾਡੇ ਕੋਲ ਹੁੰਦੇ 12:30 ਤੱਕ ਰਾਤ ਹੁੰਦਾ ਕੋਈ ਸਾਡੇ ਆਫਿਸ 'ਚ ਨਾ, ਉਹ ਪੇਜ ਸਾਡੇ ਕੋਲ ਹੈਗਾ, ਐਮਰਜੈਂਸੀ ਨੰਬਰ ਹੈਗਾ, ਸਾਡੀ ਵੈਬਸਾਈਟ ਜਾ ਕੇ ਤੁਸੀਂ ਫੋਨ ਕਰ ਸਕਦੇ ਹੋ ਐਮਰਜੈਂਸੀ ਨੰਬਰ ਲੈ ਕੇ 12:30 ਤੱਕ ਜੀ। ਜਗਜੀਤ ਜੀ ਸਾਡੇ ਨਾਲ ਸ਼ਾਮਲ ਹੋਏ ਨੇ। ਜਗਜੀਤ ਬਾਸੀ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਥੈਂਕ ਯੂ ਤੁਹਾਡਾ।
ਵਧੀਆ ਆਪਣੇ ਛੇੜਿਆ ਤੁਸੀਂ ਟੌਪਿਕ, ਇਹ ਕਾਫੀ ਨੌਲੇਜ ਹੋਊਗੀ ਆਮ ਲੋਕਾਂ ਨੂੰ, ਜੀ ਕਿਉਂਕਿ ਵਾਕਈ ਇਹ ਦੌਰ ਰੱਖਣ ਦਾ ਬੜਾ ਅੱਜ ਕੱਲ੍ਹ ਫੈਸ਼ਨ ਕਹਿ ਲਓ ਰਿਵਾਜ ਹੋ ਰਿਹਾ। ਜੀ ਇਹ ਅਸਲ 'ਚ ਨਾ ਮੈਂ ਵੀ ਰੱਖਿਆ 5-6 ਸਾਲ ਤੋਂ। ਓਕੇ ਇਹ ਜ਼ਿਆਦਾ ਨਵੇਂ ਕਿਡਸ ਆ ਜਿਹੜੇ ਟੀਨੇਜਰ ਵੀ ਕਹਿ ਲਓ, ਕੋਈ ਵੀ ਬੱਚਿਆਂ ਤੋਂ ਸ਼ੁਰੂ ਹੁੰਦੀ ਗੱਲ ਇਹ, ਜੀ ਤੇ ਉਸ ਤੋਂ ਬਾਅਦ 'ਚ ਉਹ ਕੁਛ ਮਹੀਨਿਆਂ ਬਾਅਦ ਬੱਚੇ ਲੁੱਕ ਆਫਟਰ ਨਹੀਂ ਕਰਦੇ, ਫਿਰ ਪੇਰੈਂਟਸ ਤੇ ਆ ਜਾਂਦੀ ਹੈ। ਪੇਰੈਂਟਸ ਤੇ ਆ ਜਾਂਦੇ। ਇਹ ਮੈਂ ਸੁਝਾਅ ਦੇਣਾ ਚਾਹੂੰਗਾ ਆਪਣੇ ਐਕਸਪੀਰੀਅੰਸ ਤੋਂ, ਜੀ ਪੇਰੈਂਟਸ ਹੈਵ ਟੂ ਬੀ ਫੁਲੀ ਪ੍ਰੀਪੇਅਰ ਵੀ ਇਹ ਮੈਨੂੰ ਰੱਖਣੇ ਪੈਣੇ, ਸਾਨੂੰ ਟੇਕ ਕੇਅਰ ਕਰਨੀ ਪੈਣੀ ਆ। ਬੱਚਿਆਂ ਨੂੰ ਥੋੜਾ ਜਿਹਾ ਖੇਲ ਕੇ ਹਟ ਜਾਣ, ਥੋੜਾ ਬਹੁਤਾ ਉਹਨਾਂ ਨੇ ਕਰੀ ਜਾਣਾ ਆ, ਤੇ ਉਹਨੂੰ ਆਪਣੇ ਬਾਗ ਜ਼ਰੂਰੀ ਵੱਲ ਜਾਣਾ, ਡਾਕਟਰ ਦੇ ਲਿਜਾਣਾ ਆ, ਇਹ ਚੀਜ਼ਾਂ ਲਈ ਫੁਲੀ ਪ੍ਰੀਪੇਅਰ ਹੋਣਾ ਚਾਹੀਦਾ। ਤੇ ਇੱਕ ਗੱਲ ਹੋਰ ਕਹਿਣੀ ਸੀ ਜਿਹੜੀ ਕਹਿੰਦੇ ਨਾ ਵੀ ਕੁਛ ਵੀ ਜੇ ਵਾਪਸ ਕਰਨਾ ਪੈ ਜਾਵੇ ਕੀ ਕਰਾਂਗੇ। ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਇਹ ਵਾਪਸ ਕਰੇ ਨਹੀਂ ਹੁੰਦਾ ਜੇ ਤੁਸੀਂ ਇੱਕ ਹੀ ਰੱਖ ਲੈਂਦੇ, ਪਿਆਰ ਹੀ ਇੰਨਾ ਪੈ ਜਾਂਦਾ। ਹਾਂਜੀ, ਉਹਦਾ ਧਿਆਨ ਰੱਖਣਾ ਪੈਣਾ। ਉਲਟਾ ਤੁਹਾਨੂੰ ਉਹ ਡਿਪਰੈਸ਼ਨ ਤੋਂ ਹਟਾਉਂਦਾ ਆ, ਪਰ ਜੇ ਤੁਸੀਂ ਮੋੜਨ ਦੀ ਕਿਤੇ ਨੌਬਤ ਆ ਗਈ ਤੁਹਾਨੂੰ ਡਿਪਰੈਸ ਹੋ ਜਾਣਾ। ਯੈਸ, ਵੈਰੀ ਟਰੂ। ਥੈਂਕ ਯੂ ਜਗਜੀਤ ਬਾਸੀ ਜੀ, ਬਹੁਤ ਸ਼ੁਕਰੀਆ ਤੁਹਾਡਾ ਇਹਨਾਂ ਟਿਪਸ ਵਾਸਤੇ। ਅੱਛਾ ਪਰਮ, ਹੁਣ ਟਿਪਸ ਦੀ ਗੱਲ ਹੋਈ ਹੈ, ਤੁਹਾਨੂੰ ਵੀ ਮੇਰਾ ਸਵਾਲ ਅਗਲਾ ਇਹੀ ਹੈ ਕਿ ਕੀ ਟਿਪਸ ਨੇ ਤੁਹਾਡੇ ਵੱਲੋਂ ਜੇ ਡੌਗ ਲੈਣਾ ਚਾਹੁੰਦੇ ਆ ਜਾਂ ਜਿਨ੍ਹਾਂ ਨੇ ਨਵਾਂ ਡੌਗ ਲਿਆ, ਕੀ ਟਿਪਸ ਹੈਗੀਆਂ ਉਹਨਾਂ ਲਈ? ਇਹ ਭਾਜੀ ਨੇ ਚੰਗੀ ਗੱਲ ਕੀਤੀ ਕਿ ਇਹ ਨਾ 4 ਨਿਆਣਿਆਂ ਨੂੰ ਹੁੰਦਾ ਕੁੱਤਾ ਬਿੱਲੀ ਨੂੰ, ਪਰ ਸਾਹਮਣਾ ਆਪਾਂ ਨੂੰ ਪੈਂਦਾ, ਰੱਖਣਾ ਪੈਂਦਾ ਉਹਦੇ। ਉਹ ਬਹੁਤ ਜ਼ਰੂਰੀ ਆਪਣਾ ਸੋਚਣਾ ਪੈਂਦਾ ਤੁਹਾਡੇ ਕੋਲ ਟਾਈਮ ਹੈਗਾ, ਆਪਣਾ ਟਾਈਮ ਦੇਖੋ ਪਹਿਲਾਂ, ਜੇ ਤੁਹਾਡੇ ਕੋਲ ਹੈਗਾ ਟਾਈਮ ਹੈ ਨਾ ਫਿਰ ਦੇਖਿਓ, ਫਿਰ ਲਿਓ ਕੁੱਤਾ ਬਿੱਲੀ। ਪਰ ਆਪਣੀ ਰਿਸਰਚ ਵੀ ਕਰੋ, ਥੋੜਾ ਜਿਹਾ ਦੇਖੋ ਤੁਸੀਂ ਕਿੱਦਾਂ ਦਾ ਮੰਗਦੇ ਕੁੱਤਾ, ਕਿਹੜੇ ਕੰਮ ਲਈ ਮੰਗਦੇ, ਸਾਰਾ ਕੁਛ ਦੇਖਣਾ ਪੈਂਦਾ ਪਹਿਲਾਂ ਥੋੜਾ ਜਿਹਾ ਨਾ। ਸਾਡੇ ਵੈਬਸਾਈਟ ਜਾ ਕੇ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਆ। ਅੱਛਾ, ਕੁਛ ਲਿਖਿਆ ਸਾਲ 'ਚ ਕਿੰਨਾ ਖਰਚ ਹੁੰਦਾ ਕੁੱਤੇ ਦਾ, ਕਿੰਨਾ ਖਰਚ ਬਿੱਲੀ ਦਾ ਖਰਚ ਹੁੰਦਾ, ਸਾਰਾ ਕੁਛ ਲਿਖਿਆ ਉੱਥੇ ਨਾ। ਪਹਿਲਾਂ ਦੇਖ ਕੇ ਨਾ ਫਿਰ ਆਪ ਥੋੜੀ ਰਿਸਰਚ ਕਰਕੇ ਫਿਰ ਇਹ ਸਟੈਪ ਲਿਓ ਜੀ। ਅੱਛਾ ਪਰਮ, ਇੱਕ ਮੈਂ ਇਹ ਵੀ ਸੁਣਿਆ ਕਿ ਜਦੋਂ ਤੁਸੀਂ ਡੌਗ ਬਾਏ ਕਰ ਲੈਂਦੇ ਹੋ, ਪੱਪੀ ਬਾਏ ਕਰ ਲੈਂਦੇ ਹੋ, ਤਾਂ ਸਿਟੀ ਦੇ ਨਾਲ ਉਹਦੀ ਰਜਿਸਟ੍ਰੇਸ਼ਨ ਕਰਾਉਣੀ ਵੀ ਜ਼ਰੂਰੀ ਹੁੰਦੀ ਹੈ? ਹਾਂਜੀ, ਲਾਇਸੈਂਸ ਕਰਵਾਉਣਾ ਪੈਂਦਾ ਜੀ। ਉਹਦਾ ਕੀ ਰੀਜ਼ਨ ਹੈ ਤੇ ਕਿੰਨੀ ਕੁ ਜ਼ਰੂਰੀ ਹੈ, ਤੇ ਲੋਕ ਕਰਾਉਂਦੇ ਨੇ ਕਿ ਕੁਝ ਲੋਕ ਸਕਿਪ ਕਰ ਦਿੰਦੇ ਨੇ ਇਹ ਸਟੈਪ? ਇਹ ਸਕਿਪ ਕਰ ਦਿੰਦੇ ਆ, ਪਰ ਹੈਗਾ ਤਾਂ ਬਾਈ ਲਾਅ ਆ, ਹਰ ਡੌਗ ਦੀ ਲਾਇਸੈਂਸ ਲੈਣਾ ਪੈਂਦਾ, ਨਹੀਂ ਜੇ ਨਹੀਂ ਲਿਆ ਫਿਰ ਤੁਹਾਨੂੰ ਫਾਈਨ ਹੋ ਸਕਦਾ ਸਾਡੇ ਨਾਲ। ਜੀ। ਅੱਛਾ, ਇੱਕ ਪਰਮ ਹੋਰ ਗੱਲ, ਪੈਟ ਸਮਾਰਟ ਤੇ ਵੀ ਮੈਂ ਕਾਲ ਕੀਤੀ, ਜਦੋਂ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਸਾਰੀਆਂ ਈਮੇਲਸ ਕੀਤੀਆਂ, ਤਾਂ ਮੈਂ ਪੈਟ ਸਮਾਰਟ ਤੇ ਵੀ ਕਾਲ ਕੀਤੀ। ਮੈਂ ਉਹਨਾਂ ਨੂੰ ਪੁੱਛਿਆ, ਕਿਉਂਕਿ ਕਿਸੇ ਨੇ ਪਹਿਲਾਂ ਉਹਨਾਂ ਤੋਂ ਖਰੀਦਿਆ ਸੀ, ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਨਹੀਂ ਡੌਗ ਸੈਲ ਕਰਦੇ? ਉਹ ਕਹਿੰਦੇ ਨਹੀਂ, ਅਸੀਂ ਪਹਿਲਾਂ ਸੈਲ ਕਰਦੇ ਸੀ, ਲੇਕਿਨ ਹੁਣ ਸਿਟੀ ਦੇ ਬਾਏ ਲਾਜ਼ ਜੇ ਨੇ ਇੱਦਾਂ ਦੇ ਬਣ ਗਏ ਨੇ ਕਿ ਹੁਣ ਅਸੀਂ ਨਹੀਂ ਸੇਲ ਕਰਦੇ। ਸੋ ਜੇ ਤੁਹਾਡੀ ਐਸੋਸੀਏਸ਼ਨ ਇਸ ਬਾਰੇ ਕੁਝ ਕਰ ਸਕੇ, ਜੇ ਤੁਸੀਂ ਉਹਨਾਂ ਤੱਕ ਸਾਡੀ ਆਵਾਜ਼ ਪਹੁੰਚਾ ਸਕੋ, ਉਹਨਾਂ ਲੋਕਾਂ ਦੀ ਜਿਹੜੇ ਸਕੈਮਸ ਦੇ ਸ਼ਿਕਾਰ ਹੋਏ ਨੇ, ਵੀ ਫਿਰ ਤਾਂ ਇਹ ਬੈਟਰ ਆਪਸ਼ਨ ਸੀ। ਜੇ ਪੈਟ ਸਮਾਰਟ ਵਾਲੇ ਸੇਲ ਕਰੀ ਜਾਂਦੇ ਤਾਂ ਇਦਾਂ ਦੇ ਸਕੈਮ ਸ਼ਾਇਦ ਪੈਦਾ ਹੀ ਨਹੀਂ ਸੀ ਹੋਣੇ। ਗੱਲ ਤਾਂ ਸਹੀ ਆ, ਪਰ ਜਿਹੜੇ ਪੈਟ ਸਮਾਰਟ ਸੀ ਉਹ ਵੀ ਥੋੜਾ ਆਪਣਾ ਦੇਖਣਾ ਪੈਂਦਾ ਸੀ, ਉਹਨਾਂ ਕਿੱਦਾਂ ਰੈਪੂਟੇਸ਼ਨ ਕੀ ਹੈਗੀ ਕੀ ਨਹੀਂ ਨਾ। ਜੀ ਤੂੰ ਲੈਂਦੇ ਸੀ ਨਾ ਕੁੱਤੇ ਬਿੱਲੀਆਂ, ਉਹ ਅੱਗੇ ਲੈਂਦੇ ਸੀ ਕਿ ਬਰੀਡਰ ਤੋਂ ਲੈਂਦੇ ਸੀ, ਜਿਹੜਾ ਫਰਕ ਪਤਾ ਨਹੀਂ ਸੀ, ਖਿਆਲ ਨਹੀਂ ਸੀ ਫਰਕ ਕਿੱਥੋਂ ਲੈਂਦੇ ਨਾ। ਹੁਣ ਕੱਲ ਇਹ ਕਰਦੇ ਕੰਮ ਰੈਸਕਿਊ ਥਰੂ ਕਰਦੇ ਆ ਪੈਟ ਸਮਾਰਟ, ਤੇ ਜੋ ਬਿੱਲੀਆਂ ਰੱਖੀਆਂ ਹੁੰਦੀਆਂ ਨਾ ਰੈਸਕਿਊ ਥਰੂ ਬਿੱਲੀਆਂ ਹੁੰਦੀਆਂ, ਪਰ ਕੁੱਤੇ ਲਾਅ ਤੇ ਬਣਾਤਾ BC ਚ ਕੁੱਤਾ ਵੇਚ ਨਹੀਂ ਸਕਦੇ ਸਟੋਰਾਂ ਚ ਨਾ, ਜਦੋਂ ਪੈਟ ਸਟੋਰ ਚ ਨਹੀਂ ਵੇਚ ਸਕਦੇ। ਪਰ ਕੀ ਰੀਜ਼ਨ ਸੀ ਇਹ ਲਾਅ ਬਣਾਉਣ ਦਾ? ਉਹ ਕਿਉਂਕਿ ਜੇ ਬਰੀਡਰ ਤੋਂ ਜਦੋਂ ਲੈਂਦੇ ਸੀ ਕੁੱਤੇ ਬਿੱਲੀਆਂ ਨਾ, ਉਹ ਹੈਗੇ ਸੀ ਮਾਰੇ ਬਰੀਡਰ ਸੀਗੇ। ਅੱਛਾ, ਉਹ ਪੂਰੇ ਰਜਿਸਟਰਡ ਨਹੀਂ ਸੀਗੇ। ਉਹ ਉਹਨਾਂ ਦੀ ਸਿਹਤ ਤਾਂ ਮਾੜੀ ਸੀ, ਡਿਜ਼ੀਜ਼ ਸੀਗੀ ਉੱਥੇ, ਕਾਫੀ ਮਾੜਾ ਹਾਲ ਸੀ ਕੁੱਤੇ ਬਿੱਲੀਆਂ ਦਾ ਜਿੱਥੋਂ। ਇਹ ਅਸੀਂ ਗਵਰਨਮੈਂਟ ਨੂੰ ਕਿਹਾ ਥੋੜਾ ਜਿਹਾ ਰਜਿਸਟ੍ਰੇਸ਼ਨ ਕਰਨੀ ਚਾਹੀਦੀ ਹੈ ਬਰੀਡਰ ਦੀ। ਗਵਰਨਮੈਂਟ ਨੂੰ ਪੁੱਛਿਆ ਸੀਗਾ, ਉਹ ਦੇਖਦੇ ਆ ਗਵਰਨਮੈਂਟ ਇਸ ਵੇਲੇ ਲਾਇਸੈਂਸ ਹੋ ਜਾਵੇ ਨਾ ਬਰੀਡਰ ਦੇ, ਇਹ ਆਪਾਂ ਥੋੜਾ ਜਿਹਾ ਖਿਆਲ ਰੱਖੀਏ ਵੀ ਜਿਹਨਾਂ ਕੋਲ ਲਾਇਸੈਂਸ ਹੈਗਾ ਉੱਥੋਂ ਲੈਂਗੇ ਆਪਾਂ, ਜੇ ਲਾਇਸੈਂਸ ਨਹੀਂ ਹੈਗਾ ਉਹ ਤਾਂ ਨਾ ਲੈਂਗੇ ਨਾ। ਇਹ ਗਵਰਨਮੈਂਟ ਦੇਖਦੀ ਹੈ ਇਸ ਬਾਰੇ ਇਸ ਵੇਲੇ। ਸੋ ਜੇ ਕੋਈ ਡੌਗ ਲੈਣ ਦੀ ਸੋਚ ਰਿਹਾ, ਨਵਾਂ ਪੱਪੀ ਲੈਣਾ, ਤਾਂ ਉਹਨੂੰ ਪਹਿਲਾਂ ਦੇਖਣਾ ਪਏਗਾ ਕਿ ਕੀ ਧਿਆਨ ਰੱਖੇ ਕਿ ਬਰੀਡਰ ਜਿਹੜਾ ਉਹ ਰਜਿਸਟਰਡ ਹੈ, ਕੀ ਚੀਜ਼ ਹੈਗੀ ਹੈ। ਬਰੀਡਰ ਰਜਿਸਟ੍ਰੇਸ਼ਨ ਦੇਖਣੀ ਚਾਹੀਦੀ ਹੈ, ਜੇ ਹੈਗੀ ਜੇ ਨਹੀਂ ਹੁੰਦੀ। ਸੋ ਕਿੱਥੋਂ ਮਿਲ ਸਕਦੀ ਹੈ ਇਹ ਜਾਣਕਾਰੀ? ਉਹਨੂੰ ਪੁੱਛੋ ਜਾ ਕੇ, ਜੇ ਹੈਗਾ ਨੰਬਰ ਹੈਗਾ ਨਾ, ਫਿਰ ਹੈਗਾ ਦੂਸਰੀ ਕੈਨੇਡੀਅਨ ਕੈਨਲ ਐਸੋਸੀਏਸ਼ਨ ਕੋਲ ਨੰਬਰ ਹੁੰਦੇ ਨੇ, ਬਰੀਡਰ ਐਸੋਸੀਏਸ਼ਨ ਵੀ ਉਹਨਾਂ ਕੋਲ ਪੁੱਛ ਸਕਦੇ ਜੇ ਹੈਗੇ ਅਸਲੀ ਚ ਨਹੀਂ ਹੈਗੇ ਜੀ। ਸੀਕੇਸੀ ਜੀ, ਥੋੜੀਆਂ ਜਿਹੀਆਂ ਜੇ ਤੁਸੀਂ ਜਾਂਦੇ ਟਿਪਸ ਸਾਨੂੰ ਹੋਰ ਦੇ ਸਕੋ ਕਿ ਜੇ ਕੋਈ ਕਿਸ ਤਰ੍ਹਾਂ ਦਾ ਪੱਪੀ ਘਰ ਦੇ ਵਿੱਚ ਲਿਆਉਣਾ ਚਾਹੀਦਾ, ਜੇ ਤੁਹਾਨੂੰ ਐਸਥਮਾ ਹੈ ਤਾਂ ਕਿਸ ਪੱਪੀ ਤੋਂ ਗੁਰੇਜ਼ ਕਰਨਾ ਚਾਹੀਦਾ, ਤੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਉਹ ਨਵੇਂ ਓਨਰਸ ਜਦੋਂ ਉਹ ਪੱਪੀ ਲੈ ਕੇ ਆਉਂਦੇ ਨੇ?
ਪੱਪੀ ਜੋ ਲੈ ਕੇ ਆਓ ਨਾ ਤੁਸੀਂ, ਜ਼ਿੰਮੇਵਾਰੀ ਕਾਫੀ ਸਾਹਮਣੀ ਪੈਂਦੀ ਪਹਿਲਾਂ ਨਾ, ਖਾਸ ਜੋ ਛੋਟੇ ਹੁੰਦੇ ਹਨ ਨਾ, ਜੇ ਤੁਸੀਂ ਛੋਟੇ ਹੁੰਦੇ ਤੁਸੀਂ ਠੀਕ ਰੱਖੋ ਉਹਨਾਂ ਨੂੰ ਨਾ, ਜਾਂ ਤੁਸੀਂ ਮੈਨੂੰ ਲੈ ਕੇ ਆਓ ਬਾਹਰ ਜਿੱਥੇ ਬਾਕੀ ਕੁੱਤੇ ਬਿੱਲੀਆਂ ਹੈਗੇ, ਜਾਂ ਬਾਕੀ ਆਪਣੇ ਨਿਆਣੇ ਕੋ ਖਿਲਾਓ ਜਾ ਕੇ ਨਾ, ਵੀ ਵਧੀਆ ਰਹਿੰਦੇ ਆ ਬਾਅਦ ਚ ਨਾ, ਵੀ ਪ੍ਰੋਬਲਮ ਘੱਟ ਹੁੰਦੀ ਆ। ਮਤਲਬ ਸੋਸ਼ਲਾਈਜ਼ ਕਰਾਉਣਾ ਚਾਹੀਦਾ ਉਹਨਾਂ ਨੂੰ, ਬਹੁਤ ਜ਼ਰੂਰੀ ਹੈ ਸੋਸ਼ਲਾਈਜ਼ ਕਰਾਉਣਾ, ਨਹੀਂ ਤਾਂ ਵੀ ਪ੍ਰੋਬਲਮ ਪੈ ਜਾਂਦੀ ਆ, ਵੀ ਸਾਹਮਣੇ ਔਖੇ ਹੋ ਜਾਂਦੇ ਆ, ਤੇ ਤੋਂ ਪ੍ਰੋਬਲਮ ਪੈ ਜਾਂਦੀ ਆ। ਸੋ ਜੇ ਛੋਟੇ ਹੁੰਦੇ ਸੋਸ਼ਲਾਈਜ਼ ਪੂਰੀ ਕਰਾਓ ਨਾ ਕੁੱਤੇ ਦੀ ਜਾਂ ਬਿੱਲੀ ਦੇ, ਇਹ ਸਾਨੂੰ ਬਹੁਤ ਸੌਖਾ ਰਹਿਣਾ ਬਾਅਦ ਚ। ਜੀ ਪਰਮ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਏ, ਸਾਨੂੰ ਇੰਨੀ ਜਾਣਕਾਰੀ ਦਿੱਤੀ, ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ। ਜੀ ਇਹ ਸਨ BCSP ਜਿਹੜੇ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਪੈਟ ਦੇ ਬਾਰੇ ਦੇ ਵਿੱਚ, ਕਿਸ ਤਰ੍ਹਾਂ ਕਿ ਜੋ ਤੁਸੀਂ ਪੈਟ ਖਰੀਦਣਾ ਹੈ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਸ ਤਰ੍ਹਾਂ ਦੀ ਬਰੀਡ ਜਿਹੜੀ ਹੈ ਉਹ ਜ਼ਰੂਰੀ ਹੈ। ਆਉਣ ਵਾਲੇ ਦਿਨਾਂ ਵਿੱਚ ਤੁਸੀਂ ਸਾਡਾ ਇਹ ਪ੍ਰੋਗਰਾਮ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖ ਸਕੋਗੇ, ਸੁਣ ਸਕੋਗੇ। ਸੋ ਪੈਟਸ ਦੇ ਬਾਰੇ 'ਚ ਅੱਜ ਆਪਾਂ ਗੱਲਬਾਤ ਕੀਤੀ ਹੈ। ਸੋ ਮੈਂ ਇਹ ਕਹਾਂਗੀ ਕਿ ਜਿੰਨੀ ਮੈਂ ਰਿਸਰਚ ਕੀਤੀ ਹੈ, ਤੁਸੀਂ ਜਦੋਂ ਵੀ ਜੇ ਤੁਸੀਂ ਨਵਾਂ ਪੱਪੀ ਖਰੀਦਣ ਦਾ ਸ਼ੌਂਕ ਰੱਖਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਪਲੀਜ਼ ਆਪਣੀ ਰਿਸਰਚ ਪੂਰੀ ਕਰ ਲਿਓ। ਕਿਤੇ ਵੀ ਪੈਸੇ ਦੇਣ ਤੋਂ ਪਹਿਲਾਂ, ਕਿਤੇ ਵੀ ਜੇ ਤੁਹਾਨੂੰ ਕੋਈ ਕਹਿੰਦਾ ਹੈ ਕਿ ਮੈਨੂੰ ਡਿਪੋਜ਼ਿਟ ਦੇ ਦਿਓ, ਕਿਉਂਕਿ ਅੱਜ ਕੱਲ੍ਹ ਲੋਕ ਇਹ ਕਹਿ ਰਹੇ ਨੇ ਕਿ ਸਾਨੂੰ ਡਿਪੋਜ਼ਿਟ ਦੇ ਦਿਓ $300 $500, ਜਾਂ ਇਹ ਕਹਿ ਰਹੇ ਨੇ ਕਿ COVID-19 ਕਰਕੇ ਅਸੀਂ ਦਿਖਾ ਨਹੀਂ ਸਕਦੇ, ਅਸੀਂ ਤੁਹਾਨੂੰ ਵਰਚੁਅਲ ਦਿਖਾ ਦਾਂਗੇ, ਸਾਨੂੰ $500 ਦੇ ਕੇ ਬੁੱਕ ਕਰਾ ਲਓ, ਅਸੀਂ ਸ਼ਾਮ ਨੂੰ ਤੁਹਾਡੇ ਘਰ ਡਿਲੀਵਰ ਕਰ ਦਾਂਗੇ। ਸੋ ਇਹਨਾਂ ਚੀਜ਼ਾਂ ਦਾ ਬਹੁਤ ਖਾਸ ਧਿਆਨ ਰੱਖੋ, ਗੁਰੇਜ਼ ਕਰੋ ਇਹਨਾਂ ਚੀਜ਼ਾਂ ਤੋਂ। ਜੇ ਤੁਸੀਂ ਖਰੀਦਣਾ ਹੀ ਹੈ, ਪਹਿਲਾਂ ਆਪਣੀ ਰਿਸਰਚ ਕਰੋ, ਜਿੱਦਾਂ ਪਰਮ ਨੇ ਦੱਸਿਆ ਕਿ ਜਿਹੜੇ ਬਰੀਡਰ ਤੋਂ ਤੁਸੀਂ ਲੈ ਰਹੇ ਹੋ ਕਿ ਉਹ ਰਜਿਸਟਰਡ ਬਰੀਡਰ ਹੈ, ਕੀ ਉਹਦੀ ਰੈਪੂਟੇਸ਼ਨ ਹੈ, ਉਹ ਕਿੰਨੇ ਦਾ ਦੇ ਰਿਹਾ, $8,000 ਜਾਂ $10,000 ਮੰਗ ਰਿਹਾ ਜਾਂ ਬਿਲਕੁਲ ਹੀ $600 ਮੰਗ ਰਿਹਾ। ਸੋ ਇਹ ਰਿਸਰਚ ਜਿਹੜੀ ਹੈ ਤੁਹਾਨੂੰ ਸਾਰੀ ਖੁਦ ਕਰਨੀ ਪੈਣੀ ਹੈ, ਪਰ ਇਹਨਾਂ ਸਕੈਮਸ ਤੋਂ ਪਲੀਜ਼ ਬਚ ਕੇ ਰਹੋ। ਸੁਣਦੇ ਰਹੋ ਰੈਡ FM ਤੇ ਜੈਸਮਿਨ ਨੂੰ ਇਜਾਜ਼ਤ ਦਿਓ। ਕੁਝ ਹੋਰ ਹੈ ਰੈਡ FM।